ਹਾਂਜੀ। ਸਾਰੇ ਸਾਥੀਆਂ ਦਾ ਵੈਲਕਮ ਹੈ ਜੀ। ਅੱਜ ਸਾਡਾ ਜਿਹੜਾ ਦੂਸਰਾ ਚੈਪਟਰ ਆ ਵੋਲਿਊਮ ਨੰਬਰ 9 ਦਾ ਦੂਸਰਾ ਚੈਪਟਰ ਹੈਗਾ ਆ ਸ਼ੈਬੀ ਸ਼ੋ। ਇਹਦੇ ਵਿੱਚ ਇਹ ਵੋਲਿਊਮ ਜਿਹੜਾ ਆ ਵੈਸੇ ਦੋ ਭਾਗਾਂ 'ਚ ਵੰਡਿਆ ਗਿਆ ਆ ਤੇ ਪਹਿਲਾ ਭਾਗ ਜਿਹੜਾ ਆ ਵੀ ਅਛੂਤਾਂ ਦੇ ਲਈ ਕਾਂਗਰਸ ਤੇ ਗਾਂਧੀ ਨੇ ਕੀ ਕੀਤਾ ਹੈਗਾ ਆ। ਸੋ ਇਹ ਜਿਹੜਾ ਦੂਸਰਾ ਚੈਪਟਰ ਆ ਉਸ ਪਾਰਟ ਦਾ ਉਹ ਆਪਾਂ ਡਿਸਕਸ ਕਰਨਾ ਹੈਗਾ ਆ। ਇਹਦੇ ਵਿੱਚ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਦੇਖਣ ਨੂੰ ਮਿਲੂੰਗਾ ਕਿ ਕਾਂਗਰਸ ਨੇ ਕਿੱਦਾਂ ਪ੍ਰੋਪੇਗੰਡੇ ਕੀਤੇ ਹੈਗੇ ਆ ਅਛੂਤਾਂ ਨੂੰ ਆਪਣੀ ਸਵਰਾਜ ਮੂਵਮੈਂਟ ਦੇ ਨਾਲ ਲਾਉਣ ਦੇ ਲਈ। ਕਿੱਦਾਂ ਉਹਨਾਂ ਨੇ ਪ੍ਰੋਪੇਗੰਡੇ ਕੀਤੇ ਹੈਗੇ ਆ ਕਿ ਜੇ ਅਛੂਤਾਂ ਦਾ ਭਲਾ ਕਰ ਰਿਹਾ ਹੈਗਾ ਆ ਤੇ ਉਹ ਕਾਂਗਰਸ ਕਰ ਰਹੀ ਹੈਗੀ ਆ, ਤੇ ਉਹਨਾਂ ਨੂੰ ਆਪਣੇ ਮਗਰ ਲਾ ਕੇ ਉਹਨਾਂ ਨੂੰ ਪ੍ਰੋਪੇਗੰਡੇ ਕਰਕੇ ਉਹ ਸਾਰਾ ਕਿੱਦਾਂ ਉਹਨਾਂ ਨੂੰ ਆਪਣੀਆਂ ਵੋਟਾਂ ਦੇ ਲਈ ਪੋਲੀਟੀਕਲ ਸਵਰਾਜ ਮੂਵਮੈਂਟ ਦੇ ਲਈ ਉਹਨਾਂ ਨੇ ਕਿੱਦਾਂ ਵਰਤਿਆ ਤੇ ਬਾਅਦ ਦੇ ਵਿੱਚ ਕਿੱਦਾਂ ਕਾਂਗਰਸ ਨੇ ਉਹਨਾਂ ਨੂੰ ਠੇਂਗਾ ਦਿਖਾ ਦਿੱਤਾ। ਉਹਦੇ ਬਾਰੇ ਬਾਬਾ ਸਾਹਿਬ ਚਾਨਣਾ ਪਾ ਰਿਹਾ ਤੇ ਐਕਸਪੋਜ਼ ਕਰ ਰਿਹਾ ਹੈਗਾ। ਕਹਿੰਦੇ ਵੀ ਕਾਂਗਰਸ ਨੇ ਇੱਕ ਸ਼ੋਅ ਤਾਂ ਕ੍ਰੀਏਟ ਜ਼ਰੂਰ ਕੀਤਾ, ਪ੍ਰਦਰਸ਼ਨ ਤਾਂ ਬਹੁਤ ਵੱਡਾ ਕੀਤਾ ਅਛੂਤਾਂ ਦੇ ਹਮਾਇਤੀ ਬਣਨ ਦਾ, ਪਰ ਉਹ ਇੱਕ ਘਟੀਆ ਜਿਹਾ ਸ਼ੋਅ ਲੱਗਦਾ, ਘਟੀਆ ਜਿਹਾ ਪ੍ਰਦਰਸ਼ਨ ਲੱਗਦਾ। ਇਹ ਚੈਪਟਰ ਦਾ ਨਾਮ ਉਹਨਾਂ ਨੇ ਸ਼ੈਬੀ ਸ਼ੋਅ ਰੱਖਿਆ ਵੀ ਘਟੀਆ ਪ੍ਰਦਰਸ਼ਨ। ਤੇ ਪਹਿਲਾਂ ਜਦੋਂ ਇਹਦਾ ਪਾਠ ਸ਼ੁਰੂ ਹੁੰਦਾ ਆ ਬਾਬਾ ਸਾਹਿਬ ਅੱਗੇ ਇਹਦੇ ਬਾਰੇ ਦੱਸਣਾ ਵੀ ਕਿਹੜੀਆਂ ਕਿਹੜੀਆਂ ਗ੍ਰਾਂਟਾਂ ਉਹਨਾਂ ਨੇ ਜਾਰੀ ਕੀਤੀਆਂ, ਕਿਹੜੀਆਂ ਕਿਹੜੀਆਂ ਗ੍ਰਾਂਟਾਂ ਉਹਨਾਂ ਨੇ ਅਛੂਤਾਂ ਦੇ ਲਈ ਜਾਰੀ ਕੀਤੀਆਂ, ਕਿੰਨੇ ਸਕੂਲ ਖੋਲੇ, ਕੀ ਕੀਤਾ, ਉਹ ਸਾਰਾ ਉਹਨਾਂ ਨੇ ਜਿਹੜਾ ਕਾਂਗਰਸ ਦਾ ਪ੍ਰੋਪੇਗੰਡਾ ਵਿਦ ਡੇਟਾ ਉਹ ਬਾਬਾ ਸਾਹਿਬ ਨੇ ਅੱਗੇ ਦਿੱਤਾ ਹੋਇਆ ਟੇਬਲਾਂ ਦੇ ਵਿੱਚ। ਸੋ ਬਾਬਾ ਸਾਹਿਬ ਜਦੋਂ ਇਹ ਚੈਪਟਰ ਨੂੰ ਸ਼ੁਰੂ ਕਰਦੇ ਆ ਦੱਸਦੇ ਹੈਗੇ ਆ ਕਿ ਮਤਲਬ ਜਿਹੜੀ ਕਾਂਗਰਸ ਨੇ ਇੱਕ ਆਪਣਾ ਪਲਾਨ ਤਿਆਰ ਕੀਤਾ ਸੀਗਾ ਉਹਨੂੰ ਤਿਆਗ ਦਿੱਤਾ। ਕਿੱਦਾਂ ਹੁਣ ਭੂਮਿਕਾ ਬੰਨਦੇ ਆ ਬਾਬਾ ਸਾਹਿਬ ਗਾਂਧੀ ਦੇ ਬਾਰੇ। ਬਾਬਾ ਸਾਹਿਬ ਕਹਿੰਦੇ ਵੀ ਗਾਂਧੀ ਜਿਹੜਾ ਆ ਉਹ 1919 ਦੇ ਵਿੱਚ ਉਹ ਇੰਡੀਆ ਦੀ ਜਿਹੜੀ ਪੋਲਿਟਿਕਸ ਹੈਗੀ ਆ ਉਹਦੇ ਵਿੱਚ ਆਇਆ ਹੈਗਾ ਆ, ਤੇ ਜਿੱਦਾਂ ਹੀ ਉਹ ਆਇਆ ਬਹੁਤ ਜਲਦੀ ਉਹਨੇ ਕਾਂਗਰਸ ਨੂੰ ਪੂਰੀ ਤੇ ਕਬਜ਼ਾ ਕਰ ਲਿਆ। ਤੇ ਉਹਨੇ ਕਬਜ਼ਾ ਨਹੀਂ ਕੀਤਾ ਪੂਰੀ ਤਰ੍ਹਾਂ, ਪਰ ਉਹਨੇ ਬਹੁਤ ਸਾਰੀਆਂ ਚੇਂਜਸ ਕੀਤੀਆਂ ਜਿਹੜੀਆਂ ਕਾਂਗਰਸ ਦੀਆਂ ਨੀਤੀਆਂ ਸੀ, ਕਾਂਗਰਸ ਕਿੱਦਾਂ ਕੰਮ ਕਰਦੀ ਸੀ, ਉਹਦੇ ਕਿਹੜੇ ਯੂਨਿਟ ਸੀ, ਬਹੁਤ ਸਾਰੀ ਜਿਹੜੀਆਂ ਚੀਜ਼ਾਂ ਸੀਗੀਆਂ ਉਹਨੇ ਬਦਲੀਆਂ ਆ ਕੇ। ਉਹਨੇ ਮੇਨ ਜਿਹੜੀਆਂ ਆ ਤਿੰਨ ਜਿਹੜੀਆਂ ਚੇਂਜਸ ਜਿਹੜੇ ਬਦਲਾਵ ਕੀਤੇ ਹੈਗੇ ਆ ਉਹ ਤਿੰਨ ਤਰ੍ਹਾਂ ਦੇ ਬਦਲਾਵ ਕੀਤੇ ਹੈਗੇ ਆ। ਹੁਣ ਬਾਬਾ ਸਾਹਿਬ ਓਲਡ ਕਾਂਗਰਸ ਬਾਰੇ ਦੱਸਦੇ ਵੀ ਗਾਂਧੀ ਤੋਂ ਪਹਿਲਾਂ ਜਿਹੜੀ ਕਾਂਗਰਸ ਸੀ ਉਹ ਕੀ ਕਰਦੀ ਸੀਗੀ। ਕਹਿੰਦੇ ਕਾਂਗਰਸ ਜਿਹੜੀ ਹੁੰਦੀ ਸੀਗੀ ਉਹ ਉਹਨਾਂ ਦੇ ਜਿਹੜੀ ਪਹਿਲਾਂ ਕਾਂਗਰਸ ਗਾਂਧੀ ਤੋਂ ਪਹਿਲਾਂ ਹੁੰਦੀ ਸੀ ਉਹਨਾਂ ਦੇ ਆਪਣੇ ਕੋਈ ਸੈਂਕਸ਼ਨਸ ਨਹੀਂ ਹੁੰਦੇ ਸੀ, ਆਪਣੇ ਕੋਈ ਹੁਕਮ ਨਹੀਂ ਹੁੰਦੇ ਸੀਗੇ, ਉਹਨਾਂ ਦੇ ਯੂਨਿਟ ਨਹੀਂ ਬਣੇ ਹੁੰਦੇ ਸੀ, ਉਹਨਾਂ ਦੀ ਲੌਬੀ ਨਹੀਂ ਹੁੰਦੀ ਸੀ। ਹੁਣ ਉਹ ਕੀ ਕਹਿੰਦੇ ਹੁੰਦੇ, ਕਹਿੰਦੇ ਵੀ ਉਹ ਇੱਕ ਸਿਰਫ ਰੈਜ਼ੋਲੂਸ਼ਨ ਇੱਕ ਮਤੇ ਪਾਸ ਕਰਦੀ ਹੁੰਦੀ ਸੀਗੀ, ਤੇ ਉਹ ਮਤਾ ਜਿਹੜੇ ਆ ਉਹ ਫਿਰ ਬ੍ਰਿਟਿਸ਼ ਗਵਰਨਮੈਂਟ ਦੇ ਅੱਗੇ ਰੱਖ ਦਿੰਦੀ ਹੁੰਦੀ ਸੀ ਵੀ ਸਾਡਾ ਇਹ ਮਤਾ ਆ ਵੀ ਤੁਸੀਂ ਕੋਈ ਐਕਸ਼ਨ ਲਓ। ਹੁਣ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੁੰਦੀ ਸੀ ਉਹ ਕੋਈ ਉਹਦੇ ਤੇ ਕਾਂਗਰਸ ਦੇ ਮਤੇ ਉੱਤੇ ਕੰਮ ਨਹੀਂ ਸੀ ਕਰਦੀ ਹੁੰਦੀ, ਤੇ ਕਿਉਂਕਿ ਮਤੇ ਉਹਨਾਂ ਨੇ ਪਾਸ ਕੀਤੇ ਆ ਤੇ ਕੰਮ ਵੀ ਉਹਨਾਂ ਨੂੰ ਕਰਨਾ ਪੈਣਾ, ਇਸ ਕਰਕੇ ਕਾਂਗਰਸ ਜਿਹੜੀ ਆ ਮਤੇ ਪਾਸ ਕਰਨ ਤੋਂ ਸਿਵਾਏ ਕੁਝ ਕਰਦੀ ਨਹੀਂ ਹੁੰਦੀ ਸੀ। ਜਿਹੜੇ ਸਾਲ ਉਹਨੇ ਮਤਾ ਨਵਾਂ ਪਾਸ ਕਰਨਾ ਬ੍ਰਿਟਿਸ਼ ਗਵਰਨਮੈਂਟ ਦੇ ਮੂਹਰੇ ਰੱਖ ਦੇਣਾ, ਤੇ ਬ੍ਰਿਟਿਸ਼ ਗਵਰਨਮੈਂਟ ਨੇ ਉਸ ਮਤੇ ਨੂੰ ਜਿਹੜਾ ਆ ਉਹਦੇ ਉੱਤੇ ਮਤਲਬ ਕਿ ਕੋਈ ਕੰਮ ਨਹੀਂ ਕਰਨਾ, ਤੇ ਉਹ ਫਿਰ ਮਤੇ ਜਿਹੜੇ ਅੱਗੇ ਤੇ ਅੱਗੇ ਪੈਂਦੇ ਗਏ। ਪਰ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਪਹਿਲੀ ਜਿਹੜੀ ਕਾਂਗਰਸ ਹੁੰਦੀ ਸੀ ਉਹਨਾਂ ਨੂੰ ਤੁਸੀਂ ਇਹ ਕਹਿ ਸਕਦੇ ਆ ਕਿ ਉਹ ਇੱਕ ਸਮੂਹ ਸੀਗਾ, ਇੱਕ ਇੰਟੈਲੈਕਚੁਅਲ ਦਾ, ਬੁੱਧੀਜੀਵੀਆਂ ਦਾ ਸਮੂਹ ਸੀਗਾ। ਤੇ ਕਹਿੰਦੇ ਵੀ ਉਹਨਾਂ ਤੋਂ ਗਲਤੀ ਇਹ ਆ ਜਾਂ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਸੀ ਉਹ ਕਦੀ ਵੀ ਲੋਕਾਂ ਵਿੱਚ ਵਿਚਰੇ ਨਹੀਂ, ਕਦੀ ਵੀ ਉਹਨਾਂ ਨੇ ਜਿਹੜੀ ਸਿਆਸੀ ਲੜਾਈ ਹੈਗੀ ਆ, ਸਿਆਸੀ ਸੰਘਰਸ਼ ਹੈਗਾ ਆ ਭਾਰਤ ਦੇ ਵਿੱਚ, ਉਹਨਾਂ ਨੇ ਉੱਥੇ ਜਾ ਕੇ ਲੋਕਾਂ ਵਿੱਚ ਵਿਚਰ ਕੇ ਇੱਕ ਮੂਵਮੈਂਟ ਖੜੀ ਨਹੀਂ ਕਰ ਪਾਏ। ਤੇ ਉਹਨਾਂ ਦੇ ਕੋਲ ਕੋਈ ਮਸ਼ੀਨਰੀ ਨਹੀਂ ਸੀ ਕੰਮ ਕਰਨ ਦੀ, ਲੌਬੀ ਨਹੀਂ ਸੀ, ਯੂਨਿਟ ਨਹੀਂ ਸੀ, ਤੇ ਨਾ ਹੀ ਉਹਨਾਂ ਦੇ ਕੋਲ ਫੰਡ ਹੁੰਦੇ ਸੀਗੇ, ਨਾ ਹੀ ਕੋਈ ਸੰਘਰਸ਼ ਕਰਨ ਦੇ ਲਈ ਕੋਈ ਵੀ ਉਹਨਾਂ ਦੇ ਮਗਰ ਲੋਕ ਹੁੰਦੇ ਸੀ ਇੰਨੇ। ਤੇ ਫਿਰ ਕਹਿੰਦੇ ਜਦੋਂ ਗਾਂਧੀ ਆਇਆ ਫਿਰ ਇੱਕ ਨਵੀਂ ਕਾਂਗਰਸ ਇੱਕ ਤਰ੍ਹਾਂ ਸਥਾਪਿਤ ਕੀਤੀ। ਕਹਿੰਦੇ ਵੀ ਨਵੀਂ ਕਾਂਗਰਸ ਦੇ ਵਿੱਚ ਸਾਨੂੰ ਕੀ ਦੇਖਣ ਨੂੰ ਮਿਲਿਆ ਕਿ ਸਾਰਾ ਕੁਝ ਹੀ ਬਦਲ ਦਿੱਤਾ ਆ ਕੇ। ਕਹਿੰਦੇ ਉੱਥੇ ਕੀ ਹੋਇਆ, ਉੱਥੇ ਵਿੱਚ ਮੈਂਬਰਸ਼ਿਪ ਕ੍ਰੀਏਟ ਕਰ ਦਿੱਤੀ ਪੂਰੇ ਭਾਰਤ ਦੇ ਵਿੱਚ, ਕਾਂਗਰਸ ਆਪਣੀ ਮੈਂਬਰਸ਼ਿਪ ਦੇਣ ਲੱਗੀ। ਕੋਈ ਵੀ ਬੰਦਾ ਜਿਹੜਾ 4 ਆਨੇ 1 ਸਾਲ ਦੇ ਕੇ ਕਾਂਗਰਸ ਦਾ ਮੈਂਬਰ ਬਣ ਸਕਦਾ ਸੀ। ਕਹਿੰਦੇ ਫਿਰ ਉਹਨੇ ਇੱਕ ਹੁਕਮ ਵੀ ਜਾਰੀ ਕੀਤੇ। ਹੁਕਮ ਕਿਹੜੇ ਜਾਰੀ ਕੀਤੇ ਬਈ ਉਹਨੇ ਕੁਝ ਪਾਲਿਸੀਆਂ ਬਣਾਈਆਂ, ਕੁਝ ਮਤੇ ਪਾਸ ਕੀਤੇ, ਜਿੱਦਾਂ ਨਾਨ ਕੋਆਪਰੇਸ਼ਨ ਦਾ ਮੁੱਦਾ ਜਾਂ ਰੌਲਾ ਪਿਆ ਵੀ ਬਈ ਅਸੀਂ ਨਾਨ ਕੋਆਪਰੇਸ਼ਨ ਕਰਨੀ ਹੈ, ਭਾਵ ਕਿ ਹੁਕਮ ਮੰਜ਼ੂਰੀ ਕਰਨੀ, ਅਸੀਂ ਟੈਕਸ ਨਹੀਂ ਪੇ ਕਰਨੇ ਬ੍ਰਿਟਿਸ਼ ਸਰਕਾਰ ਨੂੰ, ਅਸੀਂ ਉਹਨਾਂ ਦੀਆਂ ਕੰਪਨੀਆਂ ਦੀਆਂ ਲਈਆਂ ਹੋਈਆਂ ਚੀਜ਼ਾਂ ਨਹੀਂ ਪਾਉਣੀਆਂ, ਡਿਸਓਬੀਡੀਐਂਸ ਜਿਹਨੂੰ ਆਪਾਂ ਕਹਿੰਦੇ ਉਲੰਘਣਾ ਕਰਨਾ। ਕੋਈ ਵੀ ਮਤਾ ਪਾਸ ਹੁੰਦਾ ਆ, ਕੋਈ ਵੀ ਗਵਰਨਮੈਂਟ ਕੰਮ ਕਰਦੀ ਆ ਬ੍ਰਿਟਿਸ਼, ਤੇ ਉਹਦੇ ਖਿਲਾਫ ਜਾ ਕੇ ਤੁਸੀਂ ਉਹਨੂੰ ਡਿਸਓਬੀਡੀਐਂਸ ਉਲੰਘਣਾ ਕਰਨੀ ਉਹਦੀ। ਸੋ ਇਹ ਕੰਮ ਸ਼ੁਰੂ ਹੋ ਗਿਆ ਸੀਗਾ। ਤੇ ਵਰਲਡ ਵਾਈਡ ਦੇ ਵਿੱਚ ਕੰਟਰੀ ਵਾਈਡ ਪੂਰੀ ਕੰਟਰੀ ਦੇ ਵਿੱਚ ਇਹ ਜਿਹੜਾ ਪ੍ਰੋਪੇਗੰਡਾ ਆ ਕਾਂਗਰਸ ਵੱਲੋਂ ਚਲਾਇਆ ਗਿਆ ਹੈਗਾ। ਤੇ ਉਹਨਾਂ ਨੇ ਕੀ ਕੀਤਾ ਕਿ ਇੱਕ ਚੀਜ਼ ਉਹਨਾਂ ਨੇ ਹੋਰ ਲਿਆਂਦੀ ਕਿ ਇੱਕ ਸਾਰੂ ਜਿਹੜੀ ਆ ਰਣਨੀਤੀ ਤਿਆਰ ਕੀਤੀ ਸਮਾਜਿਕ ਸੁਧਾਰ ਕਰਨ ਦੇ ਲਈ, ਹਨਾ। ਸੋ ਗਾਂਧੀ ਇਹਦਾ ਮੇਨ ਰੋਲ ਅਦਾ ਕਰਦਾ ਸੀ ਵੀ ਸਮਾਜ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਆ। ਸਮਾਜ ਸੁਧਾਰ ਕਿੱਦਾਂ ਦਾ ਹੋਣਾ ਚਾਹੀਦਾ ਹੈ, ਬੇਸਿਕਲੀ ਅਛੂਤਾਂ ਦੇ ਉਧਾਰ ਦੀ ਗੱਲ ਕਰਦੇ ਆ।
ਉਸ ਆਧਾਰ ਦੇ ਲਈ ਜਿਹੜੀ ਉਸਾਰੂ ਇੱਕ ਰਣਨੀਤੀ ਜਿਹੜੀ ਆ ਉਹਨਾਂ ਨੇ ਪ੍ਰੋਗਰਾਮ ਤਿਆਰ ਕੀਤਾ ਬੇਸਿਕਲੀ। ਉਹਦੇ ਲਈ ਫੰਡ ਜਿਹੜਾ ਆ ਉਹ ਇਕੱਠਾ ਕੀਤਾ ਗਿਆ। ਫੰਡ 1 ਕਰੋੜ ਰੁਪਈਏ ਦਾ ਜਿਹੜਾ ਆ ਫੰਡ ਇਕੱਠਾ ਕੀਤਾ ਗਿਆ। ਉਹਦੇ ਲਈ ਤਿਲਕ ਸਵਰਾਜ ਫੰਡ ਨਾਂ ਦੀ ਇੱਕ ਸੰਸਥਾ ਬਣਾਈ ਗਈ। ਉਹਦੇ ਵਿੱਚ ਸਵਰਾਜ ਫੰਡ ਜਿਹੜਾ ਸੀਗਾ ਉਹ 1922 ਤੱਕ ਉਹ ਜਿਹੜੀ ਹੈਗੀ ਆ ਜਿਹੜੀ ਆ ਵੀ ਉਹ 1922 ਦੇ ਵਿੱਚ ਤਿਲਕ ਸਵਰਾਜ ਫੰਡ ਦਾ ਇੱਕ ਸੰਸਥਾ ਖੜੀ ਕੀਤੀ ਗਈ, ਜਿਹਦੇ ਥੱਲੇ ਇਹ ਸਾਰੇ ਫੰਡ ਇਕੱਠੇ ਹੁੰਦੇ ਸੀਗੇ। ਤੇ ਮਤਲਬ ਕਿ ਕਹਿੰਦੇ ਵੀ 2022 ਦੇ ਵਿੱਚ 1922 ਦੇ ਵਿੱਚ ਇਹ ਜਿਹੜੀ ਪੂਰੀ ਕਾਂਗਰਸ ਆ ਇਹਦੀ ਪੂਰੀ ਮਤਲਬ ਕਿ ਦਿਸ਼ਾ ਹੀ ਬਦਲ ਦਿੱਤੀ ਗਾਂਧੀ ਨੇ। ਤੇ ਹੁਣ ਜਿਹੜੀ ਪੁਰਾਣੀ ਕਾਂਗਰਸ ਸੀਗੀ ਉਹਦੇ ਨਾਲੋਂ ਨਵੀਂ ਕਾਂਗਰਸ ਦੇ ਵਿੱਚ ਬਸ ਨਾਮ ਹੀ ਸੇਮ ਰਹਿ ਗਿਆ ਸੀ, ਬਾਕੀ ਸਾਰਾ ਕੁਝ ਹੀ ਬਦਲ ਦਿੱਤਾ ਉਹਨਾਂ ਨੇ, ਸਾਰਾ ਕੁਝ ਹੀ ਚੇਂਜ ਕਰ ਦਿੱਤਾ। ਸਮਾਜਿਕ ਸੁਧਾਰ ਦੇ ਕਹਿੰਦੇ ਜਿਹੜੇ ਉਹਨਾਂ ਨੇ ਗੁਣ ਦੱਸੇ ਹੈਗੇ ਆ ਵੀ ਸਮਾਜਿਕ ਸੁਧਾਰ ਦੇ ਗੁਣ ਉਹਨਾਂ ਨੇ ਕਿਹੜੇ ਲਿਆਂਦੇ। ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਜਿਹੜੇ ਅਸੀਂ ਉਸਾਰੂ ਪ੍ਰੋਗਰਾਮ ਜਿਹੜੇ ਆ ਉਹ ਲੀਕਣੇ ਹੈਗੇ ਆ ਕਾਂਗਰਸ ਦੇ ਥਰੂ, ਤਾਂ ਕਿ ਜਿਹੜਾ ਸਮਾਜਿਕ ਪੱਧਰ ਦੇ ਉੱਤੇ ਜਿਹੜਾ ਅਛੂਤਾਂ ਦਾ ਆਧਾਰ ਹੈਗਾ ਆ ਉਹ ਵਧੀਆ ਹੋ ਸਕੇ। ਕਹਿੰਦੇ ਫਿਰ ਇਹ ਕੀ ਕਰਦੇ ਆ, ਇਸ ਚੀਜ਼ ਨੂੰ ਸਮਾਜਿਕ ਜਿਹੜੇ ਸੁਧਾਰ ਹੈਗੇ ਆ ਉਹਨੂੰ ਉਲੀਕਣ ਦੇ ਲਈ ਇੱਕ ਬਰਦੌਲੀ ਦੇ ਵਿੱਚ ਮੀਟਿੰਗ ਰੱਖੀ ਜਾਂਦੀ ਆ ਫਰਵਰੀ 1922 ਨੂੰ। ਉਹਨੂੰ ਕਹਿੰਦੇ ਜੀ ਬਰਦੌਲੀ ਪ੍ਰੋਗਰਾਮ ਕਿਹਾ ਜਾਂਦਾ ਆ। ਉਹਦੇ ਵਿੱਚ ਕੁਝ ਮਤੇ ਪਾਸ ਕੀਤੇ ਗਏ, ਉਹ ਮਤੇ ਥੱਲੇ ਦਿੱਤੇ ਹੋਏ ਆ। ਕਹਿੰਦੇ ਵੀ ਜਿਹੜੀ ਵਰਕਿੰਗ ਕਮੇਟੀ ਉਸ ਮੀਟਿੰਗ ਦੇ ਵਿੱਚ ਬੈਠੀ ਸੀ, ਉਹ ਵਰਕਿੰਗ ਕਮੇਟੀ ਕੀ ਕਹਿ ਰਹੇ ਹੈਗੇ, ਕਹਿੰਦੇ ਉਹਨਾਂ ਨੇ ਇੱਕ ਐਡਵਾਈਸ ਕੀਤੀ, ਸਲਾਹ ਦਿੱਤੀ ਵੀ ਕਾਂਗਰਸ ਦੀਆਂ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਆ ਛੋਟੀਆਂ ਵੱਡੀਆਂ, ਉਹ ਕੀ ਕਰਨ। ਕਹਿੰਦੇ ਵੀ ਉਹ 1 ਕਰੋੜ ਮੈਂਬਰ ਜਿਹੜਾ ਆ ਉਹ ਕਾਂਗਰਸ ਨੂੰ ਇਕੱਠਾ ਕਰਕੇ ਦੇਣ। 1 ਕਰੋੜ ਮੈਂਬਰ ਕਾਂਗਰਸ ਦਾ ਹੋਣਾ ਚਾਹੀਦਾ ਆ। ਤੇ ਚਰਖੇ ਘਮਾਉਣ ਦੀ ਜਿਹੜੀ ਪ੍ਰਕਿਰਿਆ ਆ ਸਾਰੇ ਪਾਸੇ ਹੋਣੀ ਚਾਹੀਦੀ ਆ। ਤੇ ਹੱਥ ਬੁਣੀ ਹੋਈ ਜਿਹੜੀ ਖੱਦਰ ਆ ਉਹਨੂੰ ਪਾਓ, ਠੀਕ ਆ ਜੀ, ਚਰਖੇ ਘਮਾਓ। ਤੇ ਹੱਥ ਨਾਲ ਜੋ ਵੀ ਬੁਣਿਆ ਹੋਇਆ ਕੱਪੜਾ ਹੈਗਾ ਆ, ਜੋ ਵੀ ਹੈਗਾ ਆ ਦੇਸੀ ਮਾਲ, ਉਹ ਤੁਸੀਂ ਉਹਨੂੰ ਪ੍ਰਮੋਟ ਕਰਨਾ ਹੈਗਾ ਆ। ਤੇ ਰਾਸ਼ਟਰ ਸਕੂਲ ਖੋਲਣ ਦੀ ਉਹਨਾਂ ਨੇ ਗੱਲ ਕੀਤੀ ਹੈਗੀ ਆ। ਅਛੂਤਾਂ ਨੂੰ ਡਿਪਰੈਸਡ ਕਲਾਸ ਜਿਹੜੀਆਂ ਸੀ ਉਹਨਾਂ ਦੀ ਵਧੀਆ ਜ਼ਿੰਦਗੀ ਦੇ ਲਈ, ਉਹਨਾਂ ਦੇ ਸਮਾਜਿਕ ਤੌਰ ਦੇ ਉੱਤੇ, ਉਹਨਾਂ ਦੇ ਦਿਮਾਗੀ ਤੌਰ ਦੇ ਉੱਤੇ, ਉਹਨਾਂ ਦੇ ਨੈਤਿਕ ਤੌਰ ਦੇ ਉੱਤੇ ਜਿਹੜੀਆਂ ਉਹਨਾਂ ਦੇ ਹਾਲਾਤ ਹੈਗੇ ਆ ਉਹਨਾਂ ਨੂੰ ਬਦਲਣ ਦੇ ਲਈ ਉਹਨਾਂ ਦੇ ਬੱਚੇ ਸਕੂਲਾਂ 'ਚ ਭੇਜੇ ਜਾਣ। ਮਤਲਬ ਇਹ ਮਤੇ ਪਾਸ ਕੀਤੇ ਹਜੇ ਵੀ ਇਹ ਉਹਨਾਂ ਦੇ ਇੱਕ ਏਜੰਡੇ ਦੇ ਵਿੱਚ ਸੀਗਾ। ਤੇ ਫਿਰ ਭਾਰਤ ਦੇ ਵਿੱਚ ਕਈ ਲੋਕ ਸ਼ਰਾਬ ਕਹਿੰਦੇ ਬਾਬਾ ਸਾਹਿਬ ਬਹੁਤ ਪੀਂਦੇ ਸੀਗੇ, ਮਤਲਬ ਕਿ ਇਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਅਸੀਂ ਇਹ ਜਿਹੜੀ ਸ਼ਰਾਬ ਜਿਹੜੀ ਆ ਬਹੁਤ ਬੁਰੀ ਚੀਜ਼ ਆ, ਅਸੀਂ ਇਹਨੂੰ ਬੰਦ ਕਰਨ ਦੇ ਲਈ ਅਸੀਂ ਕੰਮ ਕਰਨਾ ਹੈਗਾ। ਲੋਕਾਂ ਦੇ ਗਰੁੱਪ ਬਣਾ ਕੇ ਲੋਕਾਂ ਦੇ ਘਰਾਂ ਦੇ ਬਾਹਰ ਜਾ ਕੇ ਇਹਨਾਂ ਨੇ ਸ਼ਰਾਬ ਜਿਹੜੀ ਬੰਦ ਕਰੋ ਜੀ, ਬੰਦ ਕਰੋ, ਇਹ ਇਦਾਂ ਦੀ ਮੁਹਿੰਮਾਂ ਜਿਹੀਆਂ ਚਲਾਈਆਂ। ਫਿਰ ਪੰਚਾਇਤਾਂ ਕ੍ਰੀਏਟ ਕੀਤੀਆਂ ਵੀ ਹਾਂ ਵੀ ਤੁਹਾਡੇ ਜਿਹੜੇ ਸਰਕਾਰੀ ਜਿਹੜੇ ਡਿਸਪਿਊਟ ਹੈਗੇ ਆ ਉਹ ਸਰਕਾਰੀ ਦਰਬਾਰੇ ਜਾਣ ਦੇ ਬਜਾਏ ਤੁਸੀਂ ਪੰਚਾਇਤਾਂ ਦੇ ਵਿੱਚ ਉਹਨੂੰ ਸੋਲਵ ਕਰੋ। ਇਦਾਂ ਦੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ। ਫਿਰ ਜਿੱਦਾਂ ਮੈਂ ਉੱਪਰ ਗੱਲ ਕੀਤੀ ਹੈਗੀ ਆ ਹੁਕਮਮੰਦੂਲੀ ਦੀ ਗੱਲਬਾਤ, ਵੀ ਕੋਈ ਵੀ ਅਸੀਂ ਟੈਕਸ ਨਹੀਂ ਦੇਣਾ ਜਾਂ ਕੁਝ ਵੀ ਆ, ਉਹ ਇਦਾਂ ਦੀ ਚੀਜ਼ਾਂ ਨੂੰ ਉਹਨਾਂ ਨੇ ਪ੍ਰਮੋਸ਼ਨ ਕੀਤੀ। ਫਿਰ ਤਿਲਕ ਸਵਰਾਜ ਫੰਡ ਉਹਨਾਂ ਨੇ ਕਿਹਾ ਵੀ ਹਰ ਇੱਕ ਜਿਹੜਾ ਕਾਂਗਰਸ ਦਾ ਬੰਦਾ ਹੈਗਾ ਆ ਉਹਨੂੰ, ਜਾਂ ਕਾਂਗਰਸ ਦਾ ਕੋਈ ਵੀ ਸਮਰਥਕ ਹੈਗਾ ਆ ਉਹਨੂੰ ਆਪਣੀ ਜਿਹੜੀ ਸਾਲ ਦੀ ਜਿਹੜੀ ਇਨਕਮ ਹੈਗੀ ਆ ਐਟਲੀਸਟ ਉਹਦਾ 100ਵਾਂ ਹਿੱਸਾ ਜਿਹੜਾ ਹੈਗਾ ਆ ਉਹ ਦੇਣਾ ਚਾਹੀਦਾ ਹੈਗਾ ਆ। ਤੇ ਹਰ ਪ੍ਰੋਵਿੰਸ ਜਿਹੜੀ ਆ, ਹਰ ਸਟੇਟ ਜਿਹੜੀ ਆ ਉਸ ਵੇਲੇ ਜਿਹੜੀ ਆ ਉਹਨਾਂ ਨੂੰ ਜਿਹੜਾ ਆ 25% ਜਿਹੜੀ ਇਨਕਮ ਹੈਗੀ ਆ ਉਹ ਤਿਲਕ ਸਵਰਾਜ ਫੰਡ ਦੇ ਵਿੱਚ ਪਾਉਣੀ ਚਾਹੀਦੀ ਹੈਗੀ ਆ। ਜਿਹੜੀਆਂ ਕਾਂਗਰਸ ਦੀਆਂ ਆਰਗੇਨਾਈਜੇਸ਼ਨਾਂ ਸਟੇਟ ਲੈਵਲ ਤੇ ਕੰਮ ਕਰਦੀਆਂ ਸੀਗੀਆਂ। ਕਹਿੰਦੇ ਜੀ ਇਹ ਰੈਜ਼ੋਲੂਸ਼ਨ ਜਿਹੜੀ ਆ ਪਾਸ ਹੋਈ ਆ ਉੱਥੇ। ਫਿਰ ਇਹ ਆਲ ਇੰਡੀਆ ਕਾਂਗਰਸ ਜਿਹੜੀ ਸੀ ਉਹਦੇ ਮੂਹਰੇ ਰੱਖੀ ਗਈ। ਵਰਕਿੰਗ ਕਮੇਟੀ ਨੇ ਰੈਜ਼ੋਲੂਸ਼ਨ ਪਾਸ ਕੀਤੀ ਹੈ ਤੇ ਉਹ ਵਰਕਿੰਗ ਕਮੇਟੀ ਨੇ ਆਲ ਇੰਡੀਆ ਕਾਂਗਰਸ ਦੇ ਅੱਗੇ ਦਿੱਲੀ ਦੇ ਵਿੱਚ 20 ਫਰਵਰੀ 1922 ਨੂੰ ਰੱਖੀ। ਤੇ ਬਾਬਾ ਸਾਹਿਬ ਕਹਿੰਦੇ ਜਿਹੜੇ ਸਾਰੇ ਕੰਮ ਆ, ਚਰਖਾ ਘੁਮਾ ਦਿਓ ਜੀ ਜਾਂ ਸ਼ਰਾਬ ਬੰਦ ਕਰ ਦਿਓ ਜੀ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਕੇ ਇਹ ਦੇਖਣਾ ਵੀ ਅਛੂਤਾਂ ਦੇ ਲਈ, ਕਿਉਂਕਿ ਸਾਡਾ ਸਬਜੈਕਟ ਇੱਥੇ ਡਿਪਰੈਸਡ ਕਲਾਸਿਸ ਹੈਗੀਆਂ, ਸਾਡਾ ਜਿਹੜਾ ਸਬਜੈਕਟ ਹੈਗਾ ਉਹ ਅਛੂਤ ਹੈਗੇ ਆ। ਕਹਿੰਦੇ ਵੀ ਹੁਣ ਅਛੂਤਾਂ ਦੇ ਲਈ ਕੀ ਕੀਤਾ ਆ ਇਹ ਅਸੀਂ ਦੇਖਣਾ ਹੈਗਾ ਆ। ਹੁਣ ਕਹਿੰਦੇ ਵੀ ਜਦੋਂ ਬਰਦੌਲੀ ਦਾ ਰੈਜ਼ੋਲੂਸ਼ਨ ਪਾਸ ਹੋਈ ਹੈਗੀ ਆ ਤੇ ਜਿਹੜਾ ਮੈਟਰ ਰੱਖਿਆ ਹੈਗਾ ਆ ਉਹ ਜਿਹੜਾ ਉੱਥੇ ਪਾਸ ਕੀਤਾ ਗਿਆ, ਕਹਿੰਦੇ ਉਹ ਵਰਕਿੰਗ ਕਮੇਟੀ ਦੇ ਮੂਹਰੇ ਰੱਖਿਆ ਗਿਆ ਵੀ ਹੁਣ ਤੁਸੀਂ ਇਸ ਚੀਜ਼ ਉੱਤੇ ਕੰਮ ਕਰਨਾ ਵੀ ਆਹ ਰੈਜ਼ੋਲੂਸ਼ਨ ਪਾਸ ਹੋਈ ਹੈਗੀ ਆ। ਤੇ ਕਹਿੰਦੇ ਵੀ ਫਿਰ ਇਹਨਾਂ ਨੇ ਕੀਤਾ, ਕਹਿੰਦੇ ਵਰਕਿੰਗ ਕਮੇਟੀ ਨੇ ਕੀ ਕੀਤਾ, ਇੱਕ ਹੋਰ ਮੀਟਿੰਗ ਕੀਤੀ ਲਖਨਊ ਦੇ ਵਿੱਚ 1922 ਨੂੰ। ਤੇ ਜਿਹੜਾ ਇਹ ਤੈਅ ਪਾਇਆ ਸੀਗਾ ਕਿ ਬਰਦੌਲੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈਗੀਆਂ ਆ ਅਛੂਤਾਂ ਨੂੰ ਉੱਪਰ ਚੱਕਣ ਦੇ ਲਈ, ਤੇ ਉਹਦੇ ਬਾਰੇ ਮੀਟਿੰਗ ਹੋਈ। ਤੇ ਜਿਹੜੀ ਵਰਕਿੰਗ ਕਮੇਟੀ ਆ ਉਹਨਾਂ ਨੇ ਇੱਕ ਹੋਰ ਰੈਜ਼ੋਲੂਸ਼ਨ ਪਾਸ ਕੀਤੀ ਉੱਥੇ। ਹੁਣ ਜਦੋਂ ਰੈਜ਼ੋਲੂਸ਼ਨ ਪਾਸ ਕੀਤੀ, ਉਸ ਰੈਜ਼ੋਲੂਸ਼ਨ ਦੇ ਵਿੱਚ ਇੱਕ ਕਮੇਟੀ ਅਪੁਆਇੰਟ ਕੀਤੀ ਗਈ, ਹੋਰ ਕਮੇਟੀ ਇੱਕ ਅਪੁਆਇੰਟ ਕੀਤੀ ਗਈ, ਜਿਹਦੇ ਵਿੱਚ ਸਵਾਮੀ ਸ਼ਰਧਾਨੰਦ ਜੀ ਜਿਹੜੇ ਸੀਗੇ ਉਹ ਇਨਵੋਲਵ ਸੀ, ਸਰੋਜਨੀ ਨਾਇਡੂ ਇਨਵੋਲਵ ਸੀ,
IK ਯਜਨਿਕ ਇਨਵੋਲਵ ਸੀ ਤੇ GV ਦੇਸ਼ਪਾਂਡੇ ਜਿਹੜੇ ਸੀ ਉਸ ਕਮੇਟੀ ਦੇ ਮੈਂਬਰ ਬਣੇ ਤੇ ਉਹਨਾਂ ਨੇ ਅਛੂਤਾਂ ਦੀ ਜਿਹੜੀ ਸੋ ਕਾਲਡ ਜਿਹੜੇ ਅਛੂਤ ਹੈਗੇ ਆ ਉਹਨਾਂ ਨੂੰ ਉੱਪਰ ਚੱਕਣ ਦੇ ਲਈ ਜੋ ਵੀ ਮਾਪਦੰਡ ਹੈਗਾ ਆ ਉਹਦੇ ਬਾਰੇ ਦੱਸਿਆ ਜਾਂ ਉਹਦੇ ਬਾਰੇ ਮਤਲਬ ਕਿ ਵਿਚਾਰ ਚਰਚਾ ਕਰਕੇ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਸਾਨੂੰ ਜਿਹੜੀ ਇਹ 2 ਲੱਖ ਰੁਪਈਆ ਸਾਨੂੰ ਇਹਦੇ ਲਈ ਸਕੀਮ ਜਿਹੜੀ ਸਾਡੀ ਸਕੀਮ ਹੈਗੀ ਆ ਕਮੇਟੀ ਦੀ ਸਬ ਕਮੇਟੀ ਦੀ ਸਕੀਮ ਹੈਗੀ ਆ ਉਹਦੇ ਲਈ 2 ਲੱਖ ਰੁਪਈਆ ਜਿਹੜਾ ਆ ਰਾਖਵਾਂ ਰੱਖਿਆ ਜਾਵੇ ਤਾਂ ਕਿ ਉਹ ਅਛੂਤਾਂ ਦੀ ਭਲਾਈ ਦੇ ਲਈ ਰੱਖਿਆ ਜਾਵੇ। ਹੁਣ 2 ਲੱਖ ਰੁਪਈਆ ਪਹਿਲਾਂ ਪਾਸ ਹੋਇਆ ਅਛੂਤਾਂ ਲਈ। ਇਹ ਰੈਜ਼ੋਲੂਸ਼ਨ ਜਦੋਂ ਪਾਸ ਹੁੰਦੀ ਆ ਤੇ ਫਿਰ ਇਹ ਸੇਮ ਰੈਜ਼ੋਲੂਸ਼ਨ ਜਿਹੜੀ ਆ ਕਿਉਂਕਿ ਸਬ ਕਮੇਟੀ ਜਿਹੜੀ ਆ ਉਹਨੇ ਇਹ ਜਿਹੜੀ ਆ ਵਰਕਿੰਗ ਕਮੇਟੀ ਜਿਹੜੀ ਹੈਗੀ ਆ ਉਹਨੇ ਮਤਾ ਪਾਸ ਕੀਤਾ ਕਿ ਸਬ ਕਮੇਟੀ ਬਣਾਈ ਜਾਵੇ। ਫਿਰ ਉਹ ਇਹ ਮਤਾ ਜਿਹੜਾ ਆ ਆਲ ਇੰਡੀਆ ਕਾਂਗਰਸ ਦੇ ਅੱਗੇ ਰੱਖਿਆ ਗਿਆ ਲਖਨਊ ਦੇ ਵਿੱਚ ਜੂਨ 1922 ਨੂੰ। ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਆਲ ਇੰਡੀਆ ਕਾਂਗਰਸ ਦੀ ਮਨਜ਼ੂਰੀ ਲੈਣੀ ਜ਼ਰੂਰੀ ਆ ਗਾਂਧੀ ਹੋਣਾ ਦੀ ਸੈਂਟਰ ਦੇ ਵਿੱਚੋਂ ਤੇ ਰਾਸ਼ਟਰ ਕਮੇਟੀ ਆਲ ਇੰਡੀਆ ਕਾਂਗਰਸ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਨਹੀਂ ਜੀ ਇਹ ਜਿਹੜੀ 2 ਲੱਖ ਦੀ ਤੁਸੀਂ ਜਿਹੜੀ ਗ੍ਰਾਂਟ ਜਾਂ ਤੁਸੀਂ ਰਾਖਵਾਂ ਸੈਪਰੇਟ ਮਨੀ ਐਲੋਕੇਟ ਕੀਤੀ ਹੈਗੀ ਆ ਉਹ ਥੋੜੀ ਆ 5 ਲੱਖ ਹੋਣੀ ਚਾਹੀਦੀ ਆ। ਅੱਛਾ ਉਹ 5 ਲੱਖ ਹੋ ਜਾਂਦੀ ਆ ਉਹ ਮਤੇ ਦੇ ਵਿੱਚ ਥੋੜੀ ਜਿਹੀ ਚੇਂਜਸ ਹੁੰਦੀ ਆ ਵੀ ਜਿੱਥੇ 2 ਲੱਖ ਰੁਪਈਆ ਐਲੋਕੇਟ ਕਰਨਾ ਹੈਗਾ ਆ ਉਹਦੀ ਜਗ੍ਹਾ ਦੇ ਉੱਤੇ 5 ਲੱਖ ਰੁਪਈਆ ਹੋਣਾ ਚਾਹੀਦਾ ਆ। ਸੁਣਨ ਨੂੰ ਵਧੀਆ ਲੱਗਦਾ। ਚਲੋ ਅੱਗੇ ਚੱਲਦੇ ਆ ਤੇ ਅੱਗੇ ਜਾ ਕੇ ਜਦੋਂ ਇਹ ਦੇਖਿਆ ਕਿ ਇੱਕ ਜਿਹੜਾ ਵਿੱਚ ਕਮੇਟੀ ਦਾ ਇੱਕ ਮੈਂਬਰ ਹੁੰਦਾ ਸਵਾਮੀ ਸ਼ਾਰਦਾਨੰਦ ਸਵਾਮੀ ਸ਼ਾਰਦਾਨੰਦ ਕੀ ਕਰਦਾ ਆ ਉਹ ਆ ਕੇ ਆਪਣੀ ਕਮੇਟੀ ਨੂੰ ਰੈਜ਼ਿਗਨੇਸ਼ਨ ਦੇ ਜਾਂਦਾ ਵੀ ਮੈਂ ਕਮੇਟੀ ਦੇ ਨਾਲ ਕੰਮ ਨਹੀਂ ਕਰਨਾ। ਫਿਰ ਉਸ ਤੋਂ ਬਾਅਦ ਇੱਕ ਹੋਰ ਮੀਟਿੰਗ ਰੱਖੀ ਜਾਂਦੀ ਆ ਵਰਕਿੰਗ ਕਮੇਟੀ ਇੱਕ ਹੋਰ ਰੈਜ਼ੋਲੂਸ਼ਨ ਪਾਸ ਕਰਦੀ ਆ ਕਮੇਟੀ ਬਣਾਈ ਜਾਂਦੀ ਆ ਇੱਕ ਹੋਰ ਕਮੇਟੀ ਜਿਹੜੀ ਆ ਅਪੁਆਇੰਟ ਕਰਦੀ ਆ ਵੀ ਉਹਦੇ ਵਿੱਚ ਜਿਹੜਾ ਸਵਾਮੀ ਸ਼ਾਰਦਾਨੰਦ ਹੁੰਦਾ ਆ ਉਹਦੀ 8 ਜੂਨ 1922 ਦੀ ਲੈਟਰ ਪੜ੍ਹੀ ਜਾਂਦੀ ਆ ਵੀ ਜਿਹੜੀ ਉਹਨੇ ਉਸ ਲੈਟਰ ਦੇ ਵਿੱਚ ਸ਼ਡਿਊਲ ਕਾਸਟ ਦੇ ਜਿਹੜੇ ਲੋਕ ਸੀ ਡਿਪਰੈਸਡ ਕਲਾਸ ਦੇ ਲੋਕ ਸੀਗੇ ਉਹਨਾਂ ਦੇ ਲਈ ਸਕੀਮ ਬਣਾਈ ਸੀ ਉਹਦੇ ਉੱਤੇ ਵਿਚਾਰ ਚਰਚਾ ਹੁੰਦੀ ਆ ਤੇ ਉਸ ਦੇ ਵਿੱਚ ਜਿਹੜਾ ਮਿਸਟਰ ਗੰਗਾਧਰ ਰਾਓ ਬਹਾਦਰ ਦੇਸ਼ਪਾਂਡੇ ਜਿਹੜਾ ਆ ਉਹਨੂੰ ਗਵਰਨਰ ਜਿਹੜਾ ਆ ਕਨਵੀਨਰ ਜਿਹੜਾ ਆ ਕਨਵੀਨਰ ਬਣਾ ਦਿੱਤਾ ਜਾਂਦਾ। ਕਨਵੀਨਰ ਬਣਾਉਣ ਤੋਂ ਬਾਅਦ ਇਹ ਜਿਹੜੀ ਮੀਟਿੰਗ ਆ ਡਿਸਮਿਸ ਹੋ ਜਾਂਦੀ ਆ ਮਤਲਬ ਕਿ ਜਿਹੜਾ ਆਪਣਾ ਸ਼ਾਰਦਾਨੰਦ ਸੀਗਾ ਸਵਾਮੀ ਸ਼ਾਰਦਾਨੰਦ ਜੀ ਸੀਗੇ ਉਹਨਾਂ ਨੇ ਇੱਕ ਸਕੀਮ ਤੇ ਬਣਾਈ ਸੀ। ਉਹ ਸਕੀਮ ਜਿਹੜੀ ਆ ਉਹਦੇ ਵਿੱਚ ਬੇਸਿਕਲੀ ਅਸੀਂ ਜਿਹੜਾ ਚੈਪਟਰ ਹੈਗਾ ਆ ਸੇਮ ਇਹਦੀ ਵੀ ਇਨਫੋਰਮੇਸ਼ਨ ਜਿਹੜੀ ਆ ਵੋਲਿਊਮ 5 ਚ ਅਸੀਂ ਕਵਰ ਕੀਤੀ ਸੀਗੀ ਕਿ ਉਹ ਬੇਸਿਕਲੀ ਬਣਨਾ ਚਾਹੁੰਦਾ ਸੀ ਮੈਨੂੰ ਕਨਵੀਨਰ ਬਣਾ ਦਿਓ। ਇਹ ਕਨਵੀਨਰ ਦੇਸ਼ਪਾਂਡੇ ਨੂੰ ਜਾਣ ਕੇ ਬਣਾਇਆ ਜਾਂਦਾ। ਬਾਬਾ ਸਾਹਿਬ ਅੱਗੇ ਦੱਸੇ ਕਿਉਂ ਬਣਦਾ ਉਹ ਕਨਵੀਨਰ ਦੇਸ਼ਪਾਂਡੇ। ਤੇ ਫਿਰ ਕਹਿੰਦੇ ਇਸ ਤੋਂ ਬਾਅਦ ਕੀ ਹੁੰਦਾ ਹੈਗਾ ਆ ਇੱਕ ਹੋਰ ਵਰਕਿੰਗ ਕਮੇਟੀ ਇੱਕ ਹੋਰ ਮੀਟਿੰਗ ਰੱਖਦੀ ਹੈ ਬੰਬੇ ਵਿੱਚ 1922 ਦੇ ਵਿੱਚ ਤੇ ਉਸ ਮੀਟਿੰਗ ਦੇ ਵਿੱਚ ਇੱਕ ਹੋਰ ਜਿਹੜੀ ਆ ਰੈਜ਼ੋਲੂਸ਼ਨ ਪਾਸ ਕੀਤੀ ਜਾਂਦੀ ਆ ਤੇ ਉੱਥੇ ਇਹ ਕਿਹਾ ਜਾਂਦਾ ਵੀ ਜਿਹੜਾ ਸਵਾਮੀ ਸ਼ਾਰਦਾਨੰਦ ਜੀ ਨੇ ਸਾਨੂੰ ਰੈਜ਼ਿਗਨੇਸ਼ਨ ਲੈਟਰ ਦਿੱਤੀ ਆ ਤੇ ਜਨਰਲ ਸੈਕਟਰੀ ਕਮੇਟੀ ਦਾ ਕਹਿੰਦਾ ਵੀ ਜਿਹੜੀ ਸ਼ਾਰਦਾਨੰਦ ਨੇ ਸਾਨੂੰ ਰੈਜ਼ਿਗਨੇਸ਼ਨ ਦਿੱਤੀ ਆ ਉਹਦੇ ਤੇ ਦੁਬਾਰਾ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਜਾਵੇ ਤੇ 500 ਰੁਪਈਆ ਜਿਹੜਾ ਹੈਗਾ ਆ ਫੀਸ ਹੈਗੀ ਆ ਉਹ ਤੁਸੀਂ ਕਨਵੀਨਰ ਨੂੰ ਦੇ ਦਿੱਤੀ ਦੇਸ਼ਪਾਂਡੇ ਨੂੰ ਦੇ ਦਿਓ। ਤੇ ਉਸ ਤੋਂ ਬਾਅਦ ਇਹ ਮੈਟਰ ਜਿਹੜਾ ਆ 1922 ਨੂੰ ਐਂਡ ਹੋ ਜਾਂਦਾ ਜੀ। ਇੱਥੇ ਤੱਕ ਆਪਾਂ 1922 ਦੀ ਗੱਲ ਕਰਦੇ ਆ। ਹੁਣ 1923 ਤੇ ਬਾਬਾ ਸਾਹਿਬ ਆਉਂਦੇ ਆ ਤੇ ਆਪਾਂ ਉੱਪਰੋਂ ਸ਼ੁਰੂ ਹੋਏ ਸੀ ਜਦੋਂ ਤਿਲਕ ਸਵਰਾਜ ਫੰਡ ਇਕੱਠਾ ਹੋਇਆ 1919 ਤੋਂ ਜਦੋਂ ਗਾਂਧੀ ਇਨਵੋਲਵ ਹੋਇਆ ਕੀ ਹੋਇਆ ਮਤੇ ਪਏ ਮਤੇ ਤੋਂ 1922 ਇੱਥੇ ਐਂਡ ਹੋ ਜਾਂਦਾ ਰੈਜ਼ਿਗਨੇਸ਼ਨ ਹੋ ਜਾਂਦੀ ਆ। ਉਸ ਤੋਂ ਬਾਅਦ ਕਮੇਟੀ ਕੋਈ ਕੰਮ ਨਹੀਂ ਕਰਦੀ ਸਿਰਫ ਮਤੇ ਹੀ ਪੈ ਰਹੇ ਆ। ਕਦੇ ਕਹਿੰਦੇ ਆ ਵੀ 2 ਲੱਖ ਹੋ ਤੋਂ 5 ਕਰ ਦਿਓ ਹਨਾ 5 ਹੋ ਗਿਆ 5 ਤੋਂ ਬਾਅਦ ਵੀ ਕਮੇਟੀ ਨੇ ਕੋਈ ਕੰਮ ਨਹੀਂ ਕੀਤਾ। ਇੱਥੇ ਜੀ ਅੰਤ ਹੋ ਜਾਂਦਾ ਇਹਨਾਂ ਦਾ ਜਿਹੜੀ ਇਹਨਾਂ ਨੇ ਦਲਿਤਾਂ ਦੀ ਭਲਾਈ ਦੇ ਲਈ ਕੰਮ ਕਰਨਾ ਸੀ 1922 ਤੱਕ। ਫਿਰ ਹੁਣ 1923 ਦੀ ਗੱਲ ਆਉਂਦੀ ਆ ਕਹਿੰਦੇ ਕੰਮ ਜਦੋਂ 1923 ਆਉਂਦਾ ਆ ਉਦੋਂ ਕਹਿੰਦੇ ਫਿਰ ਇਹੀ ਕਮੇਟੀ ਜਿਹੜੀ ਆ ਇਹ ਗਇਆ ਦੇ ਵਿੱਚ ਜਨਵਰੀ ਨੂੰ 1923 ਦੇ ਵਿੱਚ ਮੀਟਿੰਗ ਰੱਖਦੀ ਆ ਠੀਕ ਹੈ। ਤੇ ਉਹਦੇ ਵਿੱਚ ਕੀ ਹੁੰਦਾ ਹੈਗਾ ਆ ਕਿ ਫਿਰ ਕਹਿੰਦੇ ਵੀ ਉਹਦੇ ਵਿੱਚ ਫਿਰ ਉਹਦੀ ਜਿਹੜੀ ਸਵਾਮੀ ਸ਼ਾਰਦਾਨੰਦ ਦੀ ਰੈਜ਼ਿਗਨੇਸ਼ਨ ਹੁੰਦੀ ਆ ਉਹਦੇ ਬਾਰੇ ਗੱਲਬਾਤ ਕੀਤੀ ਜਾਂਦੀ ਆ। ਫਿਰ ਜਿਹੜੀ ਡਿਪਰੈਸਡ ਕਲਾਸ ਕਮੇਟੀ ਜਿਹੜੀ ਹੁੰਦੀ ਆ ਤੇ ਡਿਪਰੈਸਡ ਕਲਾਸ ਸਬ ਕਮੇਟੀ ਆ ਇੱਕ ਹੋਰ ਕਮੇਟੀ ਬਣਾਉਂਦੀ ਆ ਉਹਦਾ ਜਿਹੜਾ ਕਨਵੀਨਰ ਆ ਉਹ ਮਿਸਟਰ ਜਜਨਿਕ ਨੂੰ ਬਣਾ ਦਿੰਦੀ ਆ। ਉਸ ਤੋਂ ਬਾਅਦ ਕਹਿੰਦੇ ਵੀ 1923 ਜਿਹੜੀ ਇੰਨਾ ਕੀ ਮਤਾ ਪਾਸ ਹੁੰਦਾ ਵੀ ਉਹਦੇ ਵਿੱਚ ਜਿਹੜਾ ਜਜਨਿਕ ਮਿਸਟਰ ਜਜਨਿਕ ਉਹਨੂੰ ਕਨਵੀਨਰ ਲਾਉਂਦੇ ਆ। ਉਸ ਤੋਂ ਬਾਅਦ ਕਹਿੰਦੇ ਵੀ ਇੱਕ ਮਈ 1923 ਨੂੰ ਆਲ ਇੰਡੀਆ ਕਾਂਗਰਸ ਇੱਕ ਹੋਰ ਮਤਾ ਪਾਸ ਕਰਦੀ ਆ। ਉਹ ਕਹਿੰਦੇ ਹੈਗੇ ਆ ਕਿ ਉਹ ਇਹ ਤੈਅ ਪਾਉਂਦੇ ਆ ਕਿ ਜਿਹੜਾ ਅਛੂਤਾਂ ਦੀ ਕੰਡੀਸ਼ਨ ਸੁਧਾਰਨ ਦਾ ਸਵਾਲ ਹੈਗਾ ਆ ਤੇ
ਉਹਦੇ ਲਈ ਕਹਿੰਦੇ ਵੀ ਵਰਕਿੰਗ ਕਮੇਟੀ ਜਿਹੜੀ ਆ ਉਹਦਾ ਐਕਸ਼ਨ ਬਹੁਤ ਨੈਸੈਸਰੀ ਆ, ਉਹਦਾ ਕੰਮ ਉਹਦਾ ਐਕਸ਼ਨ ਹੋਣਾ ਚਾਹੀਦਾ ਉਹਦੇ ਤੇ। ਉਸ ਤੋਂ ਬਾਅਦ ਕੁਝ ਨਹੀਂ ਹੁੰਦਾ। ਉਸ ਤੋਂ ਬਾਅਦ ਫਿਰ ਉਹ ਜਿਹੜਾ ਆ ਸੈਕਿੰਡ ਜਿਹੜਾ ਆ 1923 ਦਾ ਵੀ ਉਹ ਮਤਲਬ ਕਿ ਐਂਡ ਹੋ ਜਾਂਦਾ। ਫਿਰ ਥਰਡ ਸਟੇਜ ਆਉਂਦੀ ਹੈ। ਦੂਜੀ ਸਟੇਜ ਆ ਵੀ 1923 ਚ ਜਿਹੜਾ ਮਤਾ ਪਿਆ ਬਾਬਾ ਸਾਹਿਬ ਨੇ ਦੱਸਿਆ ਹੈਗਾ। ਫਿਰ ਉਸ ਤੋਂ ਬਾਅਦ ਇੱਕ ਤੀਸਰੀ ਸਟੇਜ ਜਿਹੜੀ ਆ ਕਾਂਗਰਸ ਦੀ ਇਹ ਆਉਂਦੀ ਆ ਵੀ 1922 ਚ ਕੁਝ ਨਹੀਂ ਹੋਇਆ, 1923 ਚ ਕੁਝ ਨਹੀਂ ਹੋਇਆ, ਕਮੇਟੀਆਂ ਬਣਾਉਂਦੇ ਰਹੇ, ਤੋੜਦੇ ਰਹੇ। ਉਸ ਤੋਂ ਬਾਅਦ ਇਹਨਾਂ ਨੇ ਕੀਤਾ ਕਿ ਇੱਕ ਜਿਹੜੀ ਵਰਕਿੰਗ ਕਮੇਟੀ ਆ, ਤੇ ਉਹ ਵਰਕਿੰਗ ਕਮੇਟੀ ਜਿਹੜੀ ਹੈਗੀ ਆ ਉਹ ਮਈ 1923 ਨੂੰ ਫਿਰ ਇੱਕ ਬੰਬੇ ਮੀਟਿੰਗ ਕਰਦੀ ਆ, ਤੇ ਉਹਦੇ ਵਿੱਚ ਫਿਰ ਕਹਿੰਦੀ ਹੈ ਜੀ ਬਈ ਮਤਲਬ ਕਿ ਜੀ ਅਛੂਤਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ, ਇਹਨਾਂ ਦੀ ਲਾਈਫ ਜਿਹੜੀ ਆ ਉਹਨਾਂ ਨੂੰ ਇੰਪਰੂਵਮੈਂਟ ਉਹਦੇ ਵਿੱਚ ਸਾਨੂੰ ਕਰਨੀ ਪੈਣੀ ਆ, ਉਹਦੇ ਵਿੱਚ ਸ਼ੋਧ ਕਰਨੀ ਪੈਣੀ ਆ, ਉਹਦੇ ਲਈ ਬਹੁਤ ਚੰਗੇ ਕੰਮ ਕੀਤੇ ਜਾਣ ਜੀ, ਕਾਂਗਰਸ ਦੀਆਂ ਨੀਤੀਆਂ ਜਿਹੜੀਆਂ ਬਹੁਤ ਵਧੀਆ ਆ। ਸੋ ਉਹ ਸਾਰਾ ਕੁਝ ਇਕੱਠਾ ਕਰਕੇ ਹਿੰਦੂ ਮਹਾਸਭਾ ਦੀ ਝੋਲੀ ਸੁੱਟ ਜਾਂਦੇ ਆ, ਤੇ ਉਹ ਸਾਰਾ ਜਿਹੜਾ ਕੰਮ ਆ ਉਹ ਹਿੰਦੂ ਮਹਾਸਭਾ ਨੂੰ ਦੇ ਜਾਂਦੇ ਆ। ਤੇ ਬਾਬਾ ਸਾਹਿਬ ਹੁਣ ਅੱਗੇ ਦੱਸਦੇ ਹੈਗੇ ਆ ਕਿ ਮਤਲਬ ਕਿ ਇਹ ਆ ਵੀ ਸੈਡ ਸਟੋਰੀ ਕਾਂਗਰਸ ਦੀ, ਵੀ ਜਿਹੜੀ ਕਾਂਗਰਸ ਨੇ ਬੇੜਾ ਚੱਕਿਆ ਸੀ 1921 ਦੇ ਵਿੱਚ, ਬਾਅਦ ਵਿੱਚ ਸਾਰਾ ਕਰਾ ਕੇ ਮੀਟਿੰਗਾਂ ਪੂ ਕੇ ਉਹ ਸਾਰਾ ਜਿਹੜਾ ਆ ਉਹ ਹਿੰਦੂ ਮਹਾਸਭਾ ਦੀ ਝੋਲੀ ਦੇ ਵਿੱਚ ਸਿੱਟ ਦਿੰਦੇ ਹੈਗੇ ਆ, ਤੇ ਕਾਂਗਰਸ ਆਪਣਾ ਪੱਲਾ ਜਿਹੜਾ ਆ ਅਛੂਤਾਂ ਦੀ ਭਲਾਈ ਤੋਂ ਝਾੜ ਲੈਂਦੀ ਆ। ਹੁਣ ਕਹਿੰਦੇ ਹੈਗੇ ਆ ਕਿ ਇਹਦੇ ਨਾਲ ਪਤਾ ਕੀ ਹੁੰਦਾ ਹੈ, ਬਾਬਾ ਸਾਹਿਬ ਕਹਿੰਦੇ ਇਦਾਂ ਫੀਲ ਹੋਇਆ ਵੀ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਵਾਲੀ ਗੱਲ ਕੀਤੀ ਇਹਨਾਂ ਨੇ। ਕਿਉਂਕਿ ਹਿੰਦੂ ਮਹਾਸਭਾ ਬਾਰੇ ਬਾਬਾ ਸਾਹਿਬ ਕੀ ਕਹਿੰਦੇ, ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜੇ ਦੁਨੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਤੇ ਵੀ ਕੋਈ ਆਰਗੇਨਾਈਜੇਸ਼ਨ ਹੈਗੀ ਆ, ਹਿੰਦੂ ਮਹਾਸਭਾ ਜਿਹੜੀ ਬਾਅਦ ਚ RSS ਬਣੀ ਆ, ਵੀ ਜੇ ਕੋਈ ਆਰਗੇਨਾਈਜੇਸ਼ਨ ਹੈਗੀ ਆ ਅਛੂਤਾਂ ਦੀ ਭਲਾਈ ਦੇ ਲਈ, ਸਭ ਨਾਲੋਂ ਭੈੜੀ ਜਿਹੜੀ ਕਦੀ ਵੀ ਉਹਨਾਂ ਦੀ ਭਲਾਈ ਨਹੀਂ ਚਾਹੁੰਦੀ, ਉਹ ਹੈਗੀ ਆ ਹਿੰਦੂ ਮਹਾਸਭਾ। ਤੇ ਕਹਿੰਦੇ ਉਹ ਅਨਫਿਟ ਆਰਗੇਨਾਈਜੇਸ਼ਨ ਆ ਅਛੂਤਾਂ ਦੇ ਲਈ, ਤੇ ਉਹ ਮਿਲੀਟੈਂਟ ਆਰਗੇਨਾਈਜੇਸ਼ਨ ਹੈ, ਉਹ ਆਤੰਕਵਾਦੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ। ਬਾਬਾ ਸਾਹਿਬ ਉਸ ਵੇਲੇ ਲਿਖ ਰਹੇ ਹੈਗੇ ਆ। ਤੇ ਇਹਦਾ ਕਹਿੰਦੇ ਵੀ ਜਿਹੜਾ ਏਮ ਹੈਗਾ ਆ, ਇਹਦਾ ਜਿਹੜਾ ਆਬਜੈਕਟਿਵ ਹੈਗੇ ਆ, ਕਹਿੰਦੇ ਉਹ ਕੀ ਕਰਨਾ, ਉਹ ਹਿੰਦੂ ਸੰਸਕ੍ਰਿਤੀ ਨੂੰ, ਹਿੰਦੂ ਧਰਮ ਨੂੰ ਤੇ ਹਿੰਦੂ ਕਲਚਰ ਨੂੰ ਪ੍ਰਮੋਟ ਕਰਨਾ ਆ, ਤੇ ਉਹਦਾ ਸਮਾਜਿਕ ਸੁਧਾਰ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਹਿੰਦੂ ਮਹਾਸਭਾ ਦਾ। ਇਹ ਟੋਟਲੀ ਕਹਿੰਦੇ ਵੀ ਇੱਕ ਸਿਆਸੀ ਆਰਗੇਨਾਈਜੇਸ਼ਨ ਹੈ, ਪੋਲੀਟੀਕਲ ਆਰਗੇਨਾਈਜੇਸ਼ਨ ਹੈ, ਤੇ ਇਹਦਾ ਮੇਨ ਕੰਮ ਹੈਗਾ ਵੀ ਮੁਸਲਮਾਨਾਂ ਦਾ ਜਿਹੜੀ ਇੰਡੀਆ ਦੀ ਸਿਆਸਤ ਦੇ ਵਿੱਚ ਐਂਟਰੀ ਆ ਉਹਨੂੰ ਰੋਕਣਾ, ਉਹਨੂੰ ਬੰਦ ਕਰਨਾ, ਸਿਆਸਤ ਆਪਣੇ ਤੌਰ ਦੇ ਉੱਤੇ ਹਿੰਦੂਆਂ ਦੇ ਹੱਥੀ ਦੇਣਾ, ਇਹ ਇਹਦਾ ਕੰਮ ਹੈਗਾ। ਉਸ ਤੋਂ ਬਾਅਦ ਹਿੰਦੂ ਮਹਾਸਭਾ ਜਿਹੜੀ ਆ ਉਹਨੇ ਕੀ ਕੀਤਾ, ਹਿੰਦੂ ਮਹਾਸਭਾ ਨੇ ਕੋਈ ਕੰਮ ਨਹੀਂ ਕੀਤਾ, ਕਿਉਂਕਿ ਕਾਂਗਰਸ ਜਿਹੜੀ ਆ ਉਹਨੇ ਬਸ ਮਤੇ ਪਾਸ ਕਰਕੇ ਹਿੰਦੂ ਮਹਾਸਭਾ ਨੂੰ ਸਾਰਾ ਕੁਝ ਦੇ ਦਿੱਤਾ। ਤੇ ਕਦੀ ਵੀ ਜੋ ਉਹਦੇ ਕਾਂਗਰਸ ਦੇ ਜਿਹੜੇ ਪਲਾਨ ਸੀਗੇ ਜਦੋਂ ਹਿੰਦੂ ਮਹਾਸਭਾ ਨੂੰ ਦਿੱਤੇ ਗਏ, ਉਹਦੇ ਉੱਤੇ ਕੋਈ ਵੀ ਫਾਈਨੈਂਸ਼ੀਅਲੀ ਜਿਹੜਾ ਆ ਕਾਂਗਰਸ ਨੇ ਹਿੰਦੂ ਮਹਾਸਭਾ ਦੀ ਹੈਲਪ ਨਹੀਂ ਕੀਤੀ। ਉਹਦੇ ਨਾਲ ਕੀ ਹੋਇਆ, ਉਹਦੇ ਨਾਲ ਹਿੰਦੂ ਮਹਾਸਭਾ ਨੇ ਵੀ ਉਹਦੇ ਤੇ ਕੰਮ ਨਹੀਂ ਕੀਤਾ, ਨਾਲੇ ਆਰਗੇਨਾਈਜੇਸ਼ਨ ਅਨਫਿਟ ਬਾਬਾ ਸਾਹਿਬ ਨੇ ਦੱਸੀ ਹੋਈ ਆ ਵੀ ਉਹ ਅਨਫਿਟ ਆਰਗੇਨਾਈਜੇਸ਼ਨ ਹੈਗੀ ਆ। ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਰੁਕ ਗਿਆ। ਹੁਣ ਬਾਬਾ ਸਾਹਿਬ ਇਹਦੇ ਵਿੱਚ ਰੀਜ਼ਨ ਦੱਸਦੇ ਹੈਗੇ ਆ, ਕਹਿੰਦੇ ਵੀ ਰੀਜ਼ਨ ਕੀ ਰਿਹਾ ਹੋਊਗਾ, ਵੀ ਮਤਲਬ ਕਿ ਕਾਂਗਰਸ ਕਹਿੰਦੀ ਸੀਗੀ ਕਿ ਵੀ 2 ਜਾਂ 5 ਲੱਖ ਤੱਕ ਹੀ ਅਸੀਂ ਭਲਾਈ ਕਰਨੀ ਆ। ਕਾਂਗਰਸ ਨੇ ਪਹਿਲਾਂ ਮਿੱਥਿਆ ਸੀ ਵੀ ਅਛੂਤਾਂ ਦੀ ਭਲਾਈ ਤਾਂ ਅਸੀਂ ਕਰਾਂਗੇ, ਬਈ ਇਹ ਸਿਰਫ ਅਸੀਂ ਬਈ 2 ਜਾਂ 5 ਲੱਖ ਤੱਕ ਹੀ ਅਸੀਂ ਅਛੂਤਾਂ ਦੀ ਹੈਲਪ ਕਰਨੀ ਆ। ਜਾਂ ਜਿਹੜਾ ਸਵਾਮੀ ਰਿਜ਼ਾਈਨ ਦੇ ਗਿਆ, ਸ਼ਾਰਦਾਨੰਦ ਸੀਗਾ, ਉਹਦਾ ਇਹ ਕਹਿਣਾ ਸੀਗਾ ਕਿ ਉਹਦੇ ਬਹੁਤ ਵੱਡੇ ਪਲਾਨ ਸੀਗੇ, ਵੀ ਕਾਂਗਰਸ ਡਰਦੀ ਸੀ ਵੀ ਇਹਨੇ ਸਾਡਾ ਖਰਚਾ ਬਹੁਤ ਕਰਾ ਦੇਣਾ। ਆਨਸਰ ਕੀ ਸੀਗਾ, ਕਹਿੰਦੇ ਬੇਸਿਕਲੀ ਜਿਹੜਾ ਕਾਂਗਰਸ ਸੀ ਉਹਨਾਂ ਨੇ ਕੀ ਕੀਤਾ, ਉਹਨੂੰ ਕਨਵੀਨਰ ਬਣਾਉਣ ਤੋਂ ਰੋਕ ਦਿੱਤਾ ਸੀਗਾ, ਤੇ ਬਾਅਦ ਦੇ ਵਿੱਚ ਉਹਨਾਂ ਨੇ ਮਤਾ ਪਾ ਕੇ ਇਹ ਸਾਰਾ ਕੰਮ ਜਿਹੜਾ ਹਿੰਦੂ ਮਹਾਸਭਾ ਦੇ ਹੱਥੀ ਦੇ ਦਿੱਤਾ। ਪਰ ਜੇ ਸਵਾਮੀ ਜੀ ਨੂੰ ਆਪਾਂ ਦੇਖਦੇ ਹਾਂ, ਜਿੱਦਾਂ ਉਹਨੇ ਪਲਾਨ ਅਛੂਤਾਂ ਦੇ ਲਈ ਬਣਾਏ ਸੀਗੇ, ਤੇ ਉਹਦੀਆਂ ਲੈਟਰਾਂ ਵੀ ਬਾਬਾ ਸਾਹਿਬ ਨੇ ਵਿੱਚ ਲਾਈਆਂ ਹੋਈਆਂ ਪਿੱਛੇ ਅਪੈਂਡਿਕਸ ਦੇ ਵਿੱਚ, ਉਹਦਾ ਜ਼ਿਕਰ ਆਪਾਂ ਨਹੀਂ ਕਰਾਂਗੇ, ਮੋਟੀ ਗੱਲ ਦੱਸ ਦੇਣੀ ਮੈਂ। ਤੇ ਵੀ ਕਹਿੰਦੇ ਉਹ ਨੇਕ ਦਿਲ ਇਨਸਾਨ ਸੀਗੇ, ਉਹ ਬੇਸਿਕਲੀ ਉਹਨਾਂ ਨੇ ਅਛੂਤਾਂ ਦਾ ਉਹ ਚੰਗੀ ਤਰ੍ਹਾਂ ਉਹ ਕੰਮ ਕਰਨਾ ਚਾਹੁੰਦੇ ਸੀਗੇ। ਕਾਂਗਰਸ ਨੇ ਉਹਨਾਂ ਨੂੰ ਖੁੱਡੇ ਲੈਣ ਲਾ ਕੇ ਰੱਖਿਆ, ਸਾਈਡ ਤੇ ਕਰਕੇ ਰੱਖਿਆ, ਤੇ ਉਹਨਾਂ ਨੂੰ ਕਨਵੀਨਰ ਨਹੀਂ ਲਾਇਆ। ਤੇ ਉਹ ਚਾਹੁੰਦੇ ਸੀਗੇ ਕਿ ਜਿਹੜੇ ਇਹਦੇ ਪਲਾਨ ਹੈਗੇ ਆ, ਸਵਾਮੀ ਸ਼ਾਰਦਾਨੰਦ ਦੇ ਪਲਾਨ ਹੈਗੇ ਆ, ਉਹ ਵੱਡੇ ਪਲਾਨ ਆ, ਉਹਨੂੰ ਕਾਫੀ ਬਜਟ ਚਾਹੀਦਾ। ਤੇ ਕਾਂਗਰਸ ਅੰਦਰ ਖਾਤੇ ਉਹ ਪੈਸੇ ਨਹੀਂ ਖਰਚਣਾ ਚਾਹੁੰਦੀ ਸੀ ਅਛੂਤਾਂ ਦੀ ਭਲਾਈ ਦੇ ਲਈ। ਆ ਜੀ ਇਹਨਾਂ ਦਾ ਪਲਾਨ। ਫਿਰ ਕਹਿੰਦੇ ਹੈਗੇ ਆ ਕਿ ਕੀ ਜਿਹੜੇ ਕੰਮ ਕਰਨ ਨੂੰ ਸਵਾਮੀ ਸ਼ਾਰਦਾਨੰਦ ਕਹਿ ਰਿਹਾ ਸੀਗਾ, ਜਿਹਨੂੰ ਕਨਵੀਨਰ ਨਹੀਂ ਥਾਪਿਆ ਗਿਆ, ਵੀ ਕੀ ਉਹ ਬਹੁਤ ਕ੍ਰਾਂਤੀਕਾਰੀ ਪਲਾਨ ਸੀ, ਬਹੁਤ ਰੈਵੋਲੂਸ਼ਨਰੀ ਸੀਗੇ, ਕੀ ਉਹ ਪਲਾਨ ਏਡੇ ਵੱਡੇ ਕ੍ਰਾਂਤੀਕਾਰੀ ਸੀ? ਬਾਬਾ ਸਾਹਿਬ ਕਹਿੰਦੇ ਕੋਈ ਕ੍ਰਾਂਤੀਕਾਰੀ ਵਾਲੀ ਗੱਲ ਨਹੀਂ ਸੀ ਬੇਸਿਕਲੀ, ਤੇ ਕੋਈ ਐਡੀ ਰੈਵੋਲੂਸ਼ਨ ਨਹੀਂ ਸੀਗੀ। ਕਹਿੰਦੇ ਵੀ ਉਹਦੇ ਵਿੱਚ ਆਪਾਂ ਜਦੋਂ ਵਰਕਿੰਗ ਕਮੇਟੀ ਦੇਖਦੇ ਆ, ਉਹਦੇ ਵਿੱਚ ਦੱਸਿਆ ਗਿਆ ਹੈਗਾ ਆ ਵੀ ਜੇ ਅਛੂਤਾਂ ਨੂੰ ਜਿਹੜੇ ਉੱਥੇ ਦੇ ਸਾਂਝੇ ਸਕੂਲ ਆ, ਪਬਲਿਕ ਦੇ ਜਨਤਕ ਸਕੂਲ ਆ, ਜਿੱਥੇ ਉੱਪਰਲੀਆਂ ਕਾਸਟਾਂ ਦੇ ਨਿਆਣੇ ਪੜ੍ਹਦੇ ਆ, ਜਾਂ ਜਿੱਥੋਂ ਅਛੂਤ ਜਿਹੜੇ ਉੱਪਰਲੀਆਂ ਕਾਸਟਾਂ ਦੇ ਲੋਕ ਜਿਹੜੇ ਪਾਣੀ ਪੀਂਦੇ ਆ, ਖੂਹ ਆ,
ਤੇ ਉੱਥੇ ਜੇ ਉਹਨਾਂ ਨੂੰ ਪਾਣੀ ਲੈਣ ਤੋਂ ਮਨਾਹੀ ਆ, ਸਕੂਲਾਂ ਵਿੱਚ ਜਾਣ ਤੋਂ ਮਨਾਹੀ ਆ, ਉਹਨਾਂ ਦੇ ਲਈ ਸੈਪਰੇਟ ਪ੍ਰੋਵੀਜ਼ਨ ਕੀਤੇ ਜਾਣ, ਸੈਪਰੇਟ ਵੱਖਰੇ ਉਹਨਾਂ ਦੇ ਲਈ ਸਕੂਲ ਖੋਲ੍ਹੇ ਜਾਣ। ਸਿਰਫ ਇੰਨੀ ਕੁ ਮੰਗ ਸੀਗੀ। ਕਾਂਗਰਸ ਨੇ ਕਦੇ ਵੀ ਸਹੁੰ ਨਹੀਂ ਖਾਧੀ ਵੀ ਅਸੀਂ ਅਛੂਤਾਪਨ ਨੂੰ ਖਤਮ ਕਰਨਾ ਹੈਗਾ ਆ। ਉਹਨਾਂ ਨੇ ਸਿਰਫ ਇਹੀ ਐਕਸੈਪਟ ਕੀਤਾ ਸੀ ਆਪਣੀ ਪਾਲਿਸੀ ਦੇ ਵਿੱਚ ਬਈ ਅਸੀਂ ਇਹਨਾਂ ਨੂੰ ਸੈਪਰੇਟ ਸਕੂਲ ਤੇ ਸੈਪਰੇਟ ਜਿਹੜੇ ਆ ਖੂਹ ਬਣਾ ਕੇ ਦੇਵਾਂਗੇ। ਇਹ ਪਾਰਟ 1 ਦਾ ਐਂਡ ਹੋਇਆ। ਤੇ ਪਾਰਟ 2 ਦੇ ਵਿੱਚ ਆਪਾਂ ਚੈਪਟਰ ਦੇ ਆਉਣੇ ਆ ਜੀ। ਇਹਦੇ ਵਿੱਚ ਬਾਬਾ ਸਾਹਿਬ ਜਦੋਂ ਸ਼ੁਰੂ ਕਰਦੇ ਆ ਗੱਲਬਾਤ, ਇਹਦੇ ਵਿੱਚ ਫੰਡ ਦੀ ਗੱਲ ਹੋਣੀ ਆ ਵੀ ਆਪਾਂ ਉੱਪਰ ਦੇਖਿਆ ਵੀ ਕਿੱਦਾਂ ਰੈਜ਼ੋਲੂਸ਼ਨ ਪਾਈ ਗਏ, ਬਾਅਦ 'ਚ ਹੋਇਆ ਕੁਛ ਨਹੀਂ। ਪਰ ਹੁਣ ਇੱਥੇ ਵਿੱਚ ਜਿਹੜੇ ਫੰਡ ਹੈਗੇ ਆ, ਜਿਹੜੇ ਟੇਬਲ ਦਿੱਤੇ ਹੋਏ ਬਾਬਾ ਸਾਹਿਬ ਨੇ, ਉਹ ਮੇਰੇ ਵਿੱਚ ਲਾਏ ਹੋਏ ਆ। ਬਾਬਾ ਸਾਹਿਬ ਦੱਸਦੇ ਆ ਕਿ ਪਾਰਟ 2 ਦੇ ਵਿੱਚ ਕਹਿੰਦੇ ਵੀ ਕੀ ਕਾਂਗਰਸ ਨੇ ਆਪਣੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਵੇਸ ਕਰਕੇ ਖਤਮ ਕਰ ਦਿੱਤੇ, ਕਿ ਬਈ ਕਾਂਗਰਸ ਕੋ ਕੋਈ ਫੰਡ ਨਹੀਂ ਹੈਗਾ। ਕਹਿੰਦੇ ਨਹੀਂ, ਇਹ ਗੱਲ ਨਹੀਂ ਹੈਗੀ। ਕਹਿੰਦੇ ਜਿਹੜੀ ਤਿਲਕ ਸਵਰਾਜ ਫੰਡ ਹੈਗਾ ਆ 1921 ਦੇ ਵਿੱਚ, ਹਨਾ, ਤੇ ਜਿਹੜੀ ਸ਼ੁਰੂ ਕੀਤਾ ਸੀ ਸਿਲਕ ਸਵਰਾਜ ਫੰਡ, ਕਹਿੰਦੇ ਉਹਦੇ ਕੋਲ ਕਾਫੀ ਪੈਸਾ ਸੀਗਾ। ਕਹਿੰਦੇ ਵੀ ਕਿੰਨਾ ਪੈਸਾ ਉੱਥੋਂ ਉਹਦੇ ਕੋਲ ਇਕੱਠਾ ਕਰ ਲਿਆ ਸੀ, ਉਹਦਾ ਥੱਲੇ ਡੇਟਾ ਦਿੰਦੇ ਆ ਕਿ 1 ਕਰੋੜ 30 ਲੱਖ ਰੁਪਈਆ ਜਿਹੜਾ ਹੈਗਾ ਆ ਉਹ ਕਾਂਗਰਸ ਨੇ ਤਿਲਕ ਸਵਰਾਜ ਫੰਡ ਦੇ ਵਿੱਚ ਇਕੱਠਾ ਆਪਣਾ ਉਹ ਕਰਕੇ ਉਹਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਸੀਗਾ। ਸੋ ਕਾਂਗਰਸ ਕੋਲ ਸਫੀਸ਼ੀਐਂਟ ਪੈਸੇ ਸੀਗੇ। ਤੇ ਫਿਰ ਉਸ ਤੋਂ ਬਾਅਦ ਦੱਸਦੇ ਹੈਗੇ ਆ ਕਿ ਇਹ ਜਿਹੜੇ ਕੰਮ ਸੀਗੇ, ਬੇਸਿਕਲੀ ਜਿਹੜਾ ਤਿਲਕ ਸਵਰਾਜ ਫੰਡ ਆ ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਅਛੂਤਾਂ ਦੀ ਭਲਾਈ ਦੇ ਲਈ ਲੱਗਣਾ ਸੀਗਾ। ਕਹਿੰਦੇ ਕਿ ਹੁਣ ਆਪਾਂ ਇਹ ਦੇਖਣਾ ਵੀ ਕਾਂਗਰਸ ਨੇ ਅਛੂਤਾਂ ਦੀ ਭਲਾਈ ਦੇ ਲਈ 1 ਕਰੋੜ 30 ਲੱਖ ਚੋਂ ਕਿੰਨੇ ਪੈਸੇ ਲਾਏ ਹੈਗੇ ਆ। ਹੁਣ ਇਹਦੇ ਵਿੱਚ ਬਾਬਾ ਸਾਹਿਬ ਟੇਬਲ ਦੇ ਰਹੇ ਹੈਗੇ ਆ। ਬਾਬਾ ਸਾਹਿਬ ਕਹਿੰਦੇ ਵੀ ਮੈਂ ਥੱਲੇ ਜਿਹੜੀਆਂ ਗ੍ਰਾਂਟਾਂ ਦਿੱਤੀਆਂ ਗਈਆਂ, ਇੱਥੇ ਬਹੁਤ ਸਾਰੀਆਂ ਗ੍ਰਾਂਟਾਂ ਆ ਬਾਬਾ ਸਾਹਿਬ ਨੇ ਰੈਕਡ ਲਈ ਦਿੱਤੀਆਂ, ਪਰ ਇਹਦੇ ਵਿੱਚ ਆਪਾਂ ਸਿਰਫ ਡਿਪਰੈਸਡ ਕਲਾਸ ਦੀਆਂ ਜਿਹੜੀਆਂ ਗ੍ਰਾਂਟਾਂ ਜਿੰਨੀਆਂ ਉਹਨਾਂ ਨੂੰ ਦਿੱਤੀਆਂ, ਅਛੂਤਾਂ ਨੂੰ ਦਿੱਤੀਆਂ ਆ, ਉਹਦੇ ਬਾਰੇ ਡਿਸਕਸ ਕਰਾਂਗੇ। ਮੇਨ ਇਹਦੇ ਵਿੱਚ 1921 ਦੇ ਵਿੱਚ ਜਿੰਨੀਆਂ ਗ੍ਰਾਂਟਾਂ ਪਾਸ ਕੀਤੀਆਂ ਗਈਆਂ, ਕਿੰਨੀਆਂ ਵੋਟਾਂ ਪਈਆਂ। ਇਹਦੇ ਵਿੱਚ 1922 ਵਿੱਚ ਕਿੰਨੀਆਂ ਗ੍ਰਾਂਟਾਂ ਪਾਸ ਕੀਤੀਆਂ ਗਈਆਂ ਤੇ 1923 'ਚ ਕਿੰਨੀਆਂ ਗ੍ਰਾਂਟਾਂ ਪਾਸ ਕੀਤੀਆਂ ਗਈਆਂ ਕਾਂਗਰਸ ਆਰਗੇਨਾਈਜੇਸ਼ਨ ਵੱਲੋਂ, ਤੇ ਉਹ ਅਛੂਤਾਂ ਨੂੰ ਕਿੰਨੀਆਂ ਮਿਲੀਆਂ ਜਾਂ ਨਹੀਂ ਮਿਲੀਆਂ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਹੁਣ ਇਸ ਤੋਂ ਬਾਅਦ ਤੁਸੀਂ ਦੇਖੋਗੇ ਵੀ 1921-22-23 ਦਾ ਟੇਬਲ ਦਿੱਤਾ ਹੋਇਆ। ਟੋਟਲ 1 ਕਰੋੜ 30 ਲੱਖ ਰੁਪਈਆ ਜਿਹੜਾ ਆ ਖਾਤੇ ਵਿੱਚ ਹੈਗਾ ਇਹਨਾਂ ਦੇ ਕੋਲ, ਟੋਟਲ ਇਕੱਠੇ ਹੋਏ ਸੀ। ਤੇ ਜਿਹੜੀਆਂ 1921 ਦੇ ਵਿੱਚ ਕਹਿੰਦੇ ਜੀ ਜਿਹੜੀਆਂ ਗ੍ਰਾਂਟਸ ਪਈਆਂ ਹੈਗੀਆਂ ਆ, ਤੇ ਵਰਕਿੰਗ ਕਮੇਟੀ ਜਿਹੜੀ ਆ ਉਹਦੀ ਮੀਟਿੰਗ ਹੋਈ ਕਲਕੱਤਾ ਜਨਵਰੀ 31 ਫਰਵਰੀ 1 2 3 ਨੂੰ 1921 ਦੇ ਵਿੱਚ। ਉਹਦੇ ਵਿੱਚ 1 ਲੱਖ ਰੁਪਈਆ ਜਿਹੜਾ ਮਹਾਤਮਾ ਗਾਂਧੀ ਨੂੰ ਵੱਖਰਾ ਜਿਹੜਾ ਰਾਖਵਾਂ ਦਿੱਤਾ ਗਿਆ ਕਿ ਜਿਹੜੇ ਵਕੀਲ ਉਹਨਾਂ ਦੇ ਸੀਗੇ ਉੱਪਰ ਕਾਸਟ ਦੇ, ਉਹ ਕਿਸੇ ਕਰਕੇ ਉਹਨਾਂ ਨੇ ਆਪਣੀ ਜੌਬ ਛੱਡੀ ਹੋਈ ਸੀ, ਉਹਨਾਂ ਦੇ ਲਈ, ਉਹਨਾਂ ਦੀ ਸੈਟਿੰਗ ਦੇ ਲਈ ਜਾਂ ਉਹਨਾਂ ਦੀ ਪ੍ਰੈਕਟਿਸ ਦੇ ਲਈ, ਜਿਹੜੇ ਪ੍ਰੈਕਟਿਸ ਤੋਂ ਵਿਹਲੇ ਸੀਗੇ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਉਹਨਾਂ ਨੇ, ਉਹ ਕਾਂਗਰਸ ਨੇ ਆਪਣੇ ਵਕੀਲਾਂ ਨੂੰ ਸੈਪਰੇਟ ਜਿਹੜੇ ਆ ਉਹ ਪੈਸੇ ਐਲੋਕੇਟ ਕੀਤੇ। ਉਸ ਤੋਂ ਬਾਅਦ ਇੱਕ ਹੋਰ ਮੀਟਿੰਗ ਹੁੰਦੀ ਆ, ਉਹਦੇ ਵਿੱਚ ਜਿਹੜੀ ਆ ਉਹ ਬੈਜਵਾੜਾ ਦੇ ਵਿੱਚ ਮੀਟਿੰਗ ਹੁੰਦੀ ਆ 31 ਮਾਰਚ ਨੂੰ ਤੇ 1 ਅਪ੍ਰੈਲ 1921 ਨੂੰ। ਉਹਦੇ ਵਿੱਚ ਜਿਹੜਾ 6000 ਰੁਪਈਆ ਪੰਡਿਤ ਮੋਹਨ ਲਾਲ ਨਹਿਰੂ ਸੈਕਟਰੀ ਜਿਹੜਾ ਹੈਗਾ ਸੀਗਾ ਯੂਪੀ ਪ੍ਰੋਵਿੰਸ ਕਮੇਟੀ ਦਾ, ਉਹਨੂੰ ਕਾਂਗਰਸ ਦਾ ਪ੍ਰੋਪੇਗੈਂਡਾ ਕਰਨ ਦੇ ਲਈ ਦਿੱਤੇ। ਠੀਕ ਹੈ, ਇਦਾਂ ਹੀ ਅੱਗੇ ਦੱਸਦੇ ਹੈਗੇ ਕਿ 17000 ਜਿਹੜੇ ਆ ਸੈਂਕਸ਼ਨ ਦਿੱਤਾ। ਉਹ ਖਰਚਾ ਜਿਹੜਾ ਇੱਕ ਆਫਿਸ ਆਫ ਪ੍ਰਧਾਨ ਦੇ ਦਫ਼ਤਰ ਦਾ, ਸੈਕਟਰੀ ਦਾ ਤੇ ਕੈਸ਼ੀਅਰ ਦਾ ਜਿਹੜਾ ਖਰਚਾ ਸੀ ਉਹ 17000 ਰੁਪਈਆ ਕਾਂਗਰਸ ਨੇ ਦਿੱਤਾ। ਸੋ ਇਦਾਂ ਇਹ ਕਰਦੇ ਕਰਦੇ ਇੱਥੇ ਇੱਕ ਆਉਂਦਾ ਹੈਗਾ ਆ, ਮੈਂ ਡਿਪਰੈਸਡ ਕਲਾਸ ਦਾ ਟੋਟਲ ਜਿਹੜਾ ਬਾਅਦ ਵਿੱਚ ਤੁਹਾਨੂੰ ਦੱਸਦਾ ਲਾ ਕੇ, ਇਹਦੇ ਵਿੱਚ ਸ਼ਡਿਊਲ ਕਾਸਟ ਦੀ ਇੱਥੇ ਗੱਲ ਆਉਂਦੀ ਆ, ਪੁਆਇੰਟ 16 ਤੇ ਆਉਂਦੀ ਆ। ਉਹ ਦੱਸਦੇ ਹੈਗੇ ਆ ਕਿ ਕੁਝ ਐਪਲੀਕੇਸ਼ਨਾਂ ਪਾਈਆਂ ਗਈਆਂ ਸੀਗੀਆਂ, ਜਿੱਦਾਂ ਕਿ ਮਿਸਟਰ KG ਪਟਾਡੇ ਅਸਿਸਟੈਂਟ ਸੈਕਟਰੀ ਸੀਗੇ, ਉਹ ਡਿਪਰੈਸਡ ਕਲਾਸ ਮਿਸ਼ਨ ਸੁਸਾਇਟੀ ਦੇ। ਦੂਸਰੇ ਪਾਸੋਂ ਕੁੱਲਾਡਾਈ ਕੁਰੀਚੀ ਨੈਸ਼ਨਲ ਸਕੂਲ ਵੱਲੋਂ ਵਿਦਿਆ ਸੰਗਮ, ਤੇ ਇੱਕ ਐਪਲੀਕੇਸ਼ਨ ਪਾਈ ਗਈ ਸੀ ਰਾਜਾ ਮੁੰਦਰੇ ਡਿਪਰੈਸਡ ਕਲਾਸ ਮਿਸ਼ਨ। ਇਹ ਸਾਰੀਆਂ ਰਿਜੈਕਟ ਕਰ ਦਿੱਤੀਆਂ ਸੀ ਕਾਂਗਰਸ ਨੇ, ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜਾ ਤੁਹਾਡਾ ਪਲਾਨ ਹੈਗਾ ਆ ਉਹ ਕਾਂਗਰਸ ਦੀਆਂ ਇੰਸਟਰਕਸ਼ਨ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਉਹਦੇ ਅਕੋਰਡਿੰਗਲੀ ਨਹੀਂ ਹੈਗਾ। ਸੋ ਇਦਾਂ ਤੁਸੀਂ ਦੇਖੋਗੇ, ਆ ਦੇਖੋ ਜੀ, ਇੱਥੇ ਕੇਰਲਾ ਪ੍ਰੋਵਿੰਸ ਕਾਂਗਰਸ ਕਮੇਟੀ ਨੂੰ ਪੈਸੇ ਦਿੱਤੇ 10,000, 60,000 ਮਰਦਾਸ ਪ੍ਰੋਵਿੰਸ ਕਾਂਗਰਸ ਕਮੇਟੀ ਨੂੰ ਪੈਸੇ ਦਿੱਤੇ ਆ, 1.5 ਲੱਖ ਰੁਪਏ ਯੂਪੀ ਪ੍ਰੋਵਿੰਸ ਕਾਂਗਰਸ ਨੂੰ। ਇਦਾਂ ਪੈਸੇ ਵੰਡਦੇ ਰਹੇ ਆ। ਪਰ ਦਲਿਤਾਂ ਦੇ ਲਈ, ਅਛੂਤਾਂ ਲਈ ਜੋ ਇਹਨਾਂ ਨੇ ਆਧਾਰ ਕੀਤਾ, ਉਹਦੇ ਬਾਰੇ ਆਪਾਂ ਮੇਨ ਜਿੱਦਾਂ ਜ਼ਿਕਰ ਕਰਨਾ ਹੈਗਾ ਆ। ਫਿਰ ਇਦਾਂ ਹੀ ਇੱਕ ਹੋਰ ਵਰਕਿੰਗ ਕਮੇਟੀ ਦਾ ਸੈਸ਼ਨ ਲੱਗਾ ਹੈਗਾ ਆ, ਉਹਦੇ ਵਿੱਚ ਦਿੱਲੀ ਦੇ ਵਿੱਚ, ਇੱਕ ਫਿਰ ਕਮੇਟੀ ਬੈਠੀ ਹੈਗੀ ਵਰਕਿੰਗ ਕਮੇਟੀ ਦੇ ਸੈਸ਼ਨ ਦੇ ਵਿੱਚ 3 5 6 ਨਵੰਬਰ 1921 ਨੂੰ। ਉਹਦੇ ਵਿੱਚ ਤੁਸੀਂ ਦੇਖੋਗੇ ਸਿਰਫ 1000 ਰੁਪਈਆ 27 ਨੰਬਰ ਪੁਆਇੰਟ ਦੇ ਉੱਤੇ ਰਾਜਾ ਮੁੰਦਰੀ ਡਿਪਰੈਸਡ ਕਲਾਸ ਮਿਸ਼ਨ ਨੂੰ ਸਿਰਫ 1000 ਰੁਪਈਆ ਦਿੱਤਾ ਗਿਆ, ਤੇ ਬਾਕੀ ਬਹੁਤ ਪੈਸੇ ਵੰਡੇ ਇੱਧਰ ਉੱਧਰ। ਤੇ ਇਸ ਤੋਂ ਬਾਅਦ ਇੱਕ ਹੋਰ ਜਿਹੜਾ ਆ
ਇੱਕ ਜਿਹੜੀ ਆ ਸੈਸ਼ਨ ਵਰਕਿੰਗ ਕਮੇਟੀ ਦਾ ਲੱਗਾ ਬੰਬੇ ਦੇ ਵਿੱਚ 22 ਤੇ 23 ਨਵੰਬਰ 1921 ਨੂੰ। ਉਹਦੇ ਵਿੱਚ ਕਿਸੇ ਨੂੰ ਵੀ ਕੁਝ ਪੰਜਾਬ 'ਚ ਜ਼ਰੂਰ ਦਿੱਤਾ। ਜੱਟ ਐਂਗਲੋ ਸੰਸਕ੍ਰਿਤ ਹਾਈ ਸਕੂਲ ਰੋਹਤਕ ਪੰਜਾਬ ਦੇ ਵਿੱਚ 10,000 ਰੁਪਈਆ ਦਿੱਤਾ ਸੀਗਾ, ਪਰ ਉਹਦੇ ਵਿੱਚ ਅਛੂਤਾਂ ਦਾ ਕੁਝ ਨਹੀਂ ਹੈਗਾ। 1922 ਦੇ ਵਿੱਚ ਵੀ ਇੱਦਾਂ ਬਹੁਤ ਸਾਰੀਆਂ ਸਿਟਿੰਗਾਂ ਹੋਈਆਂ, ਤੇ ਇਹਦੇ ਵਿੱਚ ਆ ਸਾਰੀਆਂ ਮੈਂ ਪਰ ਸਕਿਪ ਕਰ ਜਾਣਾ, ਜਿਹੜੀਆਂ ਵਰਕਿੰਗ ਕਮੇਟੀ ਦੀਆਂ ਸਿਟਿੰਗਾਂ ਹੋਈਆਂ ਜਿੱਥੇ ਵੋਟ ਪਾ ਕੇ ਜਿੱਥੇ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਸੀ। 17 ਜਨਵਰੀ ਬੰਬੇ ਦੇ ਵਿੱਚ ਹੋਈਆਂ। ਇਸੇ ਤਰੀਕੇ ਦੇ ਨਾਲ 26 ਫਰਵਰੀ ਦਿੱਲੀ ਦੇ ਵਿੱਚ 26 ਫਰਵਰੀ 1922 ਨੂੰ ਹੋਈਆਂ। ਤੇ ਉਸ ਤੋਂ ਬਾਅਦ ਜਿਹੜੀ ਇੱਕ ਹੋਰ 5000 ਰੁਪਈਆ ਜਿਹੜਾ ਅਨੰਤਾਜਿਆ ਕਰਿਆਲਿਆ ਅਹਿਮਦਾਬਾਦ ਗੁਜਰਾਤ ਦੇ ਵਿੱਚ ਜਿਹੜਾ ਹੈਗਾ ਸੀਗਾ, ਡਿਪਰੈਸਡ ਕਲਾਸ ਇਨ ਗੁਜਰਾਤ, ਉਹਨੂੰ 5000 ਰੁਪਈਆ 51 ਨੰਬਰ ਦੇ 51 ਪੁਆਇੰਟ ਜਿਹੜਾ ਹੈਗਾ ਆ ਇਹ ਪਾਸ ਹੋਇਆ। ਸੋ ਇਸ ਤੋਂ ਬਾਅਦ ਅੱਗੇ ਜਿੱਦਾਂ ਮਤਲਬ ਕਿ ਇਹਨਾਂ ਨੇ ਕੀ ਕੀਤਾ, ਜਿੰਨੀਆਂ ਵੀ ਇਹਨਾਂ ਦੀਆਂ ਜਿੱਦਾਂ ਹੁਣ ਜਿਹੜਾ ਉੱਪਰ 5000 ਰੁਪਈਆ ਜਿਹੜੇ ਅਨੰਤਾਜਿਆ ਕਰਿਆਲਿਆ ਨੂੰ ਦਿੱਤਾ ਸੀ ਇਹਨਾਂ ਨੇ, ਉਹਦੇ ਵਿੱਚ 17381 ਰੁਪਈਏ ਹੋਰ ਦਿੱਤੇ ਉਹਨਾਂ ਨੇ, ਜਿਹੜੇ ਪਹਿਲਾਂ 5000 ਰੁਪਈਆ ਦਿੱਤਾ ਸੀਗਾ। ਤੇ ਮਤਾ ਪਾਇਆ ਗਿਆ ਕਿ ਜਿਹੜੀਆਂ ਪੰਜਾਬ ਪ੍ਰੋਵਿੰਸ਼ੀਅਲ ਕਾਂਗਰਸ ਕਮੇਟੀ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਗਈਆਂ ਹੈਗੀਆਂ ਉਹਨਾਂ ਨੂੰ, ਤੇ ਉਹਨੂੰ ਨੂੰ ਅਸੀਂ 1,25,000 ਰੁਪਈਆ ਜਿਹੜੀਆਂ ਆ ਸ਼ਾਰਦਾ ਸਕੂਲਾਂ ਨੂੰ, ਸ਼ਹਾਦਾਰਾ ਡਿਪਰੈਸਡ ਕਲਾਸਿਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਦੇਵਾਂਗੇ। ਪਰ ਉਹਨਾਂ ਨੂੰ ਜਿਹੜੇ ਫੰਡ ਹੈਗੇ ਆ, ਕੰਡੀਸ਼ਨ ਇਹ ਰੱਖੀ ਗਈ ਵੀ ਲੋਕਲੀ ਪਹਿਲਾਂ ਤੁਸੀਂ ਫੰਡ ਰੇਜ਼ ਕਰੋ, ਜਦ ਤੱਕ ਤੁਸੀਂ ਲੋਕਲੀ ਫੰਡ ਰੇਜ਼ ਨਹੀਂ ਕਰਦੇ ਅਸੀਂ ਕੋਈ ਫੰਡ ਨਹੀਂ ਦੇਵਾਂਗੇ। ਇਦਾਂ ਹੀ ਜਿੱਦਾਂ ਅਹਿਮਦਾਨਗਰ ਦੇ ਡਿਪਰੈਸਡ ਕਲਾਸ ਦੇ ਨਾਲ ਇਹਨਾਂ ਨੇ ਕੀਤਾ, ਕਾਂਗਰਸ ਵਾਲਿਆਂ ਨੇ ਵੀ ਅਸੀਂ ਤੁਹਾਡੇ ਲਈ 5000 ਵੱਖਰਾ ਕੀਤਾ ਆ, ਪਰ ਲੋਕਲ ਐਫਰਟ ਕਰੋ, ਘਰੋਂ ਪਹਿਲਾਂ ਆਪਣੇ ਪੈਸੇ ਇਕੱਠੇ ਕਰੋ, ਫਿਰ ਅਸੀਂ ਤੁਹਾਨੂੰ 5000 ਦੇਵਾਂਗੇ। ਇਸੇ ਤਰੀਕੇ ਨਾਲ ਇਹਨਾਂ ਨੇ ਜਿੱਥੇ ਵੀ ਇਹਨਾਂ ਦੀਆਂ ਡਿਪਰੈਸਡ ਕਲਾਸ ਕਮਿਊਨਿਟੀ ਸੀਗੀਆਂ, ਜਿੱਥੇ ਵੀ ਸਾਡੀਆਂ ਆਰਗੇਨਾਈਜੇਸ਼ਨਾਂ ਇਹਨਾਂ ਨੇ ਬਣਾਈਆਂ ਸੀਗੀਆਂ, ਉੱਥੇ ਉਹਨਾਂ ਨੂੰ ਇਹ ਗੱਲ ਕਹੀ ਵੀ ਲੋਕਲ ਜਿਹੜੇ ਆ ਦੇਖੋ ਇਹਨਾਂ ਨੇ ਲਿਖਿਆ ਕਿ ਲੀਸਟ ਐਂਡ ਇਕੁਅਲ ਅਮਾਊਂਟ, ਵੀ ਘੱਟੋ ਘੱਟ ਇੰਨੇ ਪੈਸੇ ਰੇਜ਼ ਕਰੋ ਜਿੰਨਾ ਤੁਸੀਂ ਫੰਡ ਲੈਣਾ। ਉਹਦੇ ਉਹਨਾਂ ਨੇ ਇੱਕ ਉਹਨਾਂ ਨੂੰ ਕੀਮਤ ਦੱਸੀ ਵੀ ਤੁਸੀਂ ਇੰਨੀ ਕੀਮਤ ਨੂੰ ਰੈਡੀ ਕਰੋ ਤੇ ਅਸੀਂ ਤੁਹਾਨੂੰ ਇੰਨਾ ਫੰਡ ਦੇਵਾਂਗੇ। ਅੱਜ ਵੀ ਗਵਰਨਮੈਂਟ ਇਹੀ ਕਰਦੀ ਆ। ਅੱਛਾ, ਇਦਾਂ ਇਹਨਾਂ ਨੇ ਮਤਲਬ ਕਿ ਜਿੱਥੇ ਪੈਸੇ ਦੇਣੇ ਸੀ 5-7 ਹਜ਼ਾਰ ਦੇਤਾ, ਬਾਕੀ ਰੋਕ ਲਿਆ, ਕਿਸੇ ਦੀ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ, ਕਿਸੇ ਨੂੰ ਕਿਹਾ ਤੁਸੀਂ ਪਹਿਲਾਂ ਲੋਕਲੀ ਜਿਹੜੇ ਆਪਣੇ ਪੈਸੇ ਜਿਹੜੇ ਆ ਇਕੱਠੇ ਕਰੋ, ਫਿਰ ਅਸੀਂ ਤੁਹਾਨੂੰ ਫੰਡ ਦੇਵਾਂਗੇ, ਹਨਾ ਜੀ। ਫਿਰ ਇਹ ਹੈਗਾ ਜੀ 1922 ਦੀਆਂ ਗੱਲਾਂ ਬਾਤਾਂ। 1922 ਤੋਂ ਬਾਅਦ ਇਹਨਾਂ ਨੇ ਕੀ ਕੀਤਾ ਹੈਗਾ, 1923 ਦੇ ਵਿੱਚ 3000 ਰੁਪਈਆ ਜਿਹੜਾ ਆ ਕਹਿੰਦੇ ਵੀ ਉਹਨਾਂ ਨੇ ਜਨਰਲ ਸੈਕਟਰੀ ਜਿਹੜਾ ਆ ਇੰਡੀਅਨ ਨੈਸ਼ਨਲ ਸੋਸ਼ਲ ਕਾਨਫਰੰਸ ਨੂੰ ਦਿੱਤਾ ਆ, ਅਛੂਤਾਪਨ ਨੂੰ ਦੂਰ ਕਰਨ ਦੇ ਲਈ, ਤੇ ਲੋਕਾਂ ਦਾ ਜਿਹੜਾ ਆਪਣਾ ਫਿਰਕੂ ਯੂਨਿਟੀ ਦੇ ਲਈ, ਏਕਤਾ ਦੇ ਲਈ ਉਹਨਾਂ ਨੇ ਇਹ ਪੈਸੇ 3000 ਹੋਰ ਦਿੱਤਾ। ਇੱਥੇ 10000 ਰੁਪਈਆ ਜਿਹੜਾ 26 ਫਰਵਰੀ ਨੂੰ ਜਿਹੜਾ ਸੈਸ਼ਨ ਲੱਗਾ ਹੈਗਾ 26 ਤੋਂ ਲੈ ਕੇ 28 ਨੂੰ ਉਹ ਇਲਾਹਾਬਾਦ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ 10000 ਰੁਪਈਆ ਜਿਹੜਾ ਹੈਗਾ ਆ ਤਮਿਲ ਦੇਸ਼ ਪ੍ਰੋਵਿੰਸ਼ੀਅਲ ਕਾਂਗਰਸ ਕਮੇਟੀ ਨੂੰ ਦਿੱਤਾ। ਸੋ ਇਹਦਾ ਟੋਟਲ ਮਿਲਾ ਮਿਲੂ ਕੇ 46000 ਰੁਪਈਆ ਬਣਦਾ ਸਾਰਾ, ਉਹ ਟੋਟਲ ਥੱਲੇ ਬਾਬਾ ਸਾਹਿਬ ਨੇ ਦਿੱਤਾ ਹੋਇਆ ਹੈਗਾ ਆ। ਤੇ ਹੁਣ ਆਪਾਂ ਟੇਬਲ ਤੇ ਆਉਨੇ ਆ। ਹੁਣ ਟੇਬਲ ਤੇ ਜਦੋਂ ਤੁਸੀਂ ਦੇਖਦੇ ਹੈਗੇ ਆ, ਹੁਣ ਉਹ ਬਾਬਾ ਸਾਹਿਬ ਦੱਸਦੇ ਹੈਗੇ ਆ, ਕਹਿੰਦੇ ਕਿ ਵੀ ਹੁਣ ਜਿਹੜੇ ਰੀਡਰ ਹੈਗੇ ਆ ਨਾ, ਜਿਹੜੇ ਹੁਣ ਪੜ੍ਹਨ ਵਾਲੇ ਮੇਰੀ ਕਿਤਾਬ ਪੜ੍ਹ ਰਹੇ ਹੈਗੇ ਆ, ਉਹਨਾਂ ਨੂੰ ਆਈਡੀਆ ਨਹੀਂ ਲੱਗਣਾ ਵੀ ਕਿੰਨਾ ਸਪੈਂਡ ਹੋਇਆ। ਆਪਾਂ ਦੇਖਦੇ ਆ ਵੀ ਇਹ ਕਿਸੇ ਸਿਧਾਂਤ ਦੇ ਆਧਾਰ ਦੇ ਉੱਤੇ ਦਿੱਤਾ, ਤੇ ਜਾਂ ਤੁਸੀਂ ਇਹ ਦੇਖਣਾ ਹੈਗਾ ਆ ਕਿ ਵੀ ਜਿਹੜੀ ਇੱਕ ਸਟੇਟ ਨੂੰ ਜ਼ਰੂਰਤ ਸੀਗੀ ਕਿ ਇਹ ਉਹਦੇ ਆਧਾਰ ਤੇ ਦਿੱਤਾ। ਦੋ ਸਵਾਲ ਬਾਬਾ ਸਾਹਿਬ ਕਰਦੇ ਆ ਵੀ ਜਿਹੜਾ ਫੰਡ ਜਿਹੜਾ ਦਿੱਤਾ ਗਿਆ ਕਿ ਉਹ ਕਿਸੇ ਸਿਧਾਂਤ ਦੇ ਆਧਾਰ ਤੇ ਦਿੱਤਾ, ਜਾਂ ਦੂਜੇ ਨੰਬਰ ਦੇ ਉੱਤੇ ਬਾਬਾ ਸਾਹਿਬ ਕਹਿੰਦੇ ਵੀ ਜਿਹੜਾ ਫੰਡ ਡਿਸਟ੍ਰੀਬਿਊਟ ਕੀਤਾ ਗਿਆ ਹੈਗਾ ਆ ਕਿ ਉਹ ਉਸ ਪ੍ਰਾਂਤ ਜਿਹੜਾ ਸੀਗਾ, ਜਿਹੜੇ ਪ੍ਰਾਂਤ ਨੂੰ ਇਹਦਾ ਪੰਜਾਬ ਨੂੰ ਫੰਡ ਦਿੱਤਾ ਜਾਂ ਹੋਰ ਸਟੇਟਾਂ ਨੂੰ ਫੰਡ ਦਿੱਤਾ, ਕਿ ਇਹ ਉਹਨਾਂ ਦੀ ਜ਼ਰੂਰਤ ਸੀਗੀ ਉਹ ਜ਼ਰੂਰਤ ਉਹਨਾਂ ਦੀ। ਫਿਰ ਬਾਬਾ ਸਾਹਿਬ ਪੋਪੂਲੇਸ਼ਨ ਦੇ ਵਿੱਚ ਦਿੰਦੇ ਹੈਗੇ ਆ, ਪੋਪੂਲੇਸ਼ਨ ਦੱਸਦੇ ਆ ਬਈ ਬੰਬੇ ਦੇ ਵਿੱਚ ਇੰਨੇ ਪੈਸੇ ਦਿੱਤੇ ਗਏ ਆ ਜੀ, 26 ਲੱਖ ਦਿੱਤਾ ਗਿਆ, ਉਹਦੀ ਪੋਪੂਲੇਸ਼ਨ ਇੰਨੀ ਹੈ ਜੀ। ਤੇ ਇੱਧਰਲੀ ਸਾਈਡ ਦੇ ਉੱਤੇ ਉਹਨਾਂ ਨੇ ਦੱਸੀ ਹੋਈ ਵੀ ਟੋਟਲ ਗ੍ਰਾਂਟ ਜਿਹੜੀ ਆ, ਮਤਲਬ ਤੁਸੀਂ ਦੇਖੋਗੇ ਇਹਦੇ ਵਿੱਚ ਥੱਲੇ ਬਾਬਾ ਸਾਹਿਬ ਦੱਸਦੇ ਹੈਗੇ ਆ, ਇਹਦੇ ਵਿੱਚ ਦੇਖੋ ਵੀ ਜਿਹੜਾ 26 ਲੱਖ ਰੁਪਈਆ ਆ, ਇੱਥੇ ਆ ਜਾਓ, ਇਹਦੇ ਵਿੱਚ ਤੁਸੀਂ ਦੇਖਦੇ ਆ ਵੀ ਇਹਦੇ ਵਿੱਚ ਬਾਬਾ ਸਾਹਿਬ ਦੱਸਦੇ ਆ ਕਿ ਜਿਹੜਾ ਫੰਡ ਡਿਸਟ੍ਰੀਬਿਊਟ ਹੋਇਆ ਆ, ਜੇ ਆਪਾਂ ਭਾਸ਼ਾਵਾਂ ਦੇ ਆਧਾਰ ਤੇ ਆਪਾਂ ਦੇਖਦੇ ਆ, ਕਲਚਰਲ ਯੂਨਿਟ ਦੇ ਹਿਸਾਬ ਨਾਲ ਦੇਖਦੇ ਆ, ਕਿਉਂਕਿ ਬੰਬੇ ਪ੍ਰੈਜ਼ੀਡੈਂਸੀ ਦੇ ਵਿੱਚ ਜਿਹੜਾ ਗੁਜਰਾਤੀ ਰਹਿੰਦੇ, ਉੱਥੇ ਕੰਨੜ ਰਹਿੰਦੇ ਆ, ਕਰਨਾਟਕ ਜਿਹੜੇ ਹੈਗੇ ਆ, ਜਾਂ ਮਹਾਰਾਸ਼ਟਰ ਵਾਲੇ ਹੈ ਨਾ ਮਰਾਠੀ ਬੋਲਦੇ ਆ, ਉਹਨਾਂ ਦੇ ਕਲਚਰਲ ਜਿਹੜੇ ਯੂਨਿਟ ਹੈਗੇ ਆ, ਉਹਨਾਂ ਦੇ ਹਿਸਾਬ ਨਾਲ ਜਾਂ ਸਾਈਜ਼ ਦੇ ਹਿਸਾਬ ਨਾਲ ਕਿੰਨੇ ਪੈਸੇ ਇਹਨਾਂ ਨੇ ਦਿੱਤੇ ਹੈਗੇ ਆ। ਹੁਣ ਕਹਿੰਦੇ ਹੈਗੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜਿਹੜੀ ਟੋਟਲ ਗ੍ਰਾਂਟ ਬੰਬੇ ਨੂੰ ਦਿੱਤੀ ਹੈਗੀ ਆ ਉਹ 26,90,381 ਦਿੱਤੀ ਆ। ਤੇ ਕਹਿੰਦੇ ਹੁਣ ਤੁਸੀਂ ਇਹ ਦੇਖੋਗੇ ਕਿ ਗੁਜਰਾਤੀ ਬੋਲਣ ਵਾਲਿਆਂ ਨੂੰ 26,22,381 ਦਿੱਤੇ ਆ ਜੀ, ਮਰਾਠੀ ਬੋਲਣ ਵਾਲਿਆਂ ਨੂੰ ਜਾਂ ਮਰਾਠੀ ਯੂਨਿਟ ਨੂੰ ਦਿੱਤੇ 43,000, ਤੇ ਕਰਨਾਟਕਾਂ ਨੂੰ 25 ਦਿੱਤਾ ਹੈਗਾ ਨਾ 25,000।
ਤੁਸੀਂ ਇਹ ਦੇਖੋਗੇ ਗ੍ਰਾਂਟ ਦਾ 97.4% ਹਿੱਸਾ ਜਿਹੜਾ ਆ ਉਹ ਗੁਜਰਾਤੀਆਂ ਨੂੰ ਦੇਤਾ ਗਾਂਧੀ ਨੇ, ਤੇ 1.6% ਜਿਹੜਾ ਹੈਗਾ ਆ ਹਿੱਸਾ ਗ੍ਰਾਂਟ ਦਾ ਉਹ ਆਪਣਾ ਉਹ ਮਹਾਰਾਸ਼ਟਰ ਨੂੰ ਦਿੱਤਾ। ਹਾਲਾਂਕਿ ਜਿਹਨਾਂ ਦੀ ਪੋਪੂਲੇਸ਼ਨ ਸਭ ਨਾਲ ਵੱਧ ਜਿਹੜੀ ਆ ਮਰਾਠਿਆਂ ਦੀ ਆ, 69 ਆ ਬੰਬੇ ਦੇ ਵਿੱਚ, ਉਹਨਾਂ ਨੂੰ ਫੰਡ ਜਿਹੜਾ ਆ ਉਹ 1.6% ਮਿਲਿਆ ਆ ਗ੍ਰਾਂਟ ਦਾ, ਤੇ ਸਿਰਫ 43,000। ਤੇ ਇੱਥੇ ਜਿਨ੍ਹਾਂ ਦੀ ਪੋਪੂਲੇਸ਼ਨ 18% ਆ ਜਾਂ 18% ਆ ਜਿਨ੍ਹਾਂ ਦੀ ਪੋਪੂਲੇਸ਼ਨ, ਉਹਨਾਂ ਨੂੰ 97.4 ਮਤਲਬ ਟੋਟਲ ਸਾਰੀ ਦੀ ਸਾਰੀ ਜਿਹੜੀ ਗ੍ਰਾਂਟ ਹੈਗੀ ਆ ਉਹ ਗੁਜਰਾਤੀਆਂ ਨੂੰ ਦਿੱਤੀ। ਜਿਹੜੇ ਗੁਜਰਾਤੀ ਹੈਗੇ ਆ ਇਦਾਂ ਹੀ ਸੇਮ ਕਹਿੰਦੇ ਸੈਂਟਰਲ ਪ੍ਰੋਵਿੰਸ ਦੇ ਆ ਜਾਂਦੇ ਆ। ਬਿਹਾਰ ਦੀ ਬਾਬਾ ਸਾਹਿਬ ਗੱਲ ਕਰਦੇ, ਟੇਬਲ ਬੜਾ ਇੰਪੋਰਟੈਂਟ ਟੇਬਲ ਹੈਗਾ ਆ। ਇਦਾਂ ਹੀ ਬਿਹਾਰ ਦੀ ਗੱਲ ਕਰਦੇ ਆ ਵੀ 5,65,000 ਰੁਪਈਆ ਜਿਹੜਾ ਆ ਬਿਹਾਰ ਨੂੰ ਦਿੱਤਾ ਆ। ਉਹਨਾਂ ਦੀ ਆਬਾਦੀ 4 ਕਰੋੜ ਆ ਬਿਹਾਰ ਤੇ ਉੜੀਸਾ ਦੀ, ਠੀਕ ਹੈ। ਤੇ ਇਦਾਂ ਹੀ ਕਹਿੰਦੇ ਜਿਹੜੇ ਬਿਹਾਰ ਨੂੰ ਤੁਸੀਂ ਦੇਖੋਗੇ 5,65,000 ਦੋਨਾਂ ਟੋਟਲ ਦਿੱਤਾ ਆ, ਤੇ 5,15,000 ਜਿਹੜਾ ਗ੍ਰਾਂਟ ਦਾ 91% ਆ, ਸੌਰੀ ਜਿਹੜਾ ਗ੍ਰਾਂਟ ਦਾ 91% ਜਿਹੜਾ ਆ ਉਹ ਬਿਹਾਰ ਨੂੰ ਦੇ ਦਿੱਤਾ। ਹਾਲਾਂਕਿ ਉਹਨਾਂ ਦੀ ਪੋਪੂਲੇਸ਼ਨ ਜਿਹੜੀ ਆ ਉਹ 73% ਆ। ਇਧਰ 0.9% ਜਿਹੜੀ ਆ, 0.91% ਵੀ ਨਹੀਂ ਗ੍ਰਾਂਟ ਦਾ ਹਿੱਸਾ। ਮਤਲਬ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਕਿਸੇ ਦੀ ਪੋਪੂਲੇਸ਼ਨ ਕਿੰਨੀ ਆ, ਕਿ ਇਹਨਾਂ ਨੂੰ ਕਿੰਨਾ ਫੰਡ ਚਾਹੀਦਾ। ਸਿਰਫ ਜਿਹੜੀ ਪਰਸਨਲ ਫੇਵਰ ਆ, ਜਿਹੜੀ ਸਿਫਾਰਸ਼ਾਂ, ਪਰਸਨਲ ਫੇਵਰ ਬਾਬਾ ਸਾਹਿਬ ਅੱਗੇ ਜਾ ਕੇ ਲਿਖਦੇ ਆ, ਕਹਿੰਦੇ ਵੀ ਪਰਸਨਲ ਜਿਹੜਾ ਫੇਵਰ ਆ ਉਹਨਾਂ ਕਰਕੇ ਇਹਨਾਂ ਨੇ ਆਹ ਕੁਝ ਕੀਤਾ ਹੈਗਾ ਆ। ਇਹਨਾਂ ਨੇ ਕੋਈ ਵੀ ਸਿਧਾਂਤ ਨਹੀਂ ਲਾਗੂ ਕੀਤਾ ਵੀ ਕਿਹੜੀ ਸਟੇਟ ਨੂੰ ਕਿੱਦਾਂ ਫੰਡ, ਕੋਈ ਸਿਧਾਂਤ ਹੁੰਦਾ ਕਿਸੇ ਸਟੇਟ ਨੂੰ ਫੰਡ ਦੇਣ ਦਾ ਜਾਂ ਆਪਣੇ ਉਹਨਾਂ ਦੇ ਪੋਪੂਲੇਸ਼ਨ ਦੇ ਆਧਾਰ ਦੇ ਉੱਤੇ ਜਾਂ ਕੁਝ ਵੀ, ਇਹਨਾਂ ਨੇ ਇਹ ਨਹੀਂ ਦੇਖਿਆ ਹੈਗਾ। ਸੋ ਬੰਬੇ ਦੀ ਬਾਬਾ ਸਾਹਿਬ ਵਿੱਚ ਐਗਜ਼ਾਮਪਲ ਦਿੰਦੇ ਆ। ਸੋ ਇਹ ਇਦਾਂ ਇੱਥੇ ਜਾ ਕੇ ਬਾਬਾ ਸਾਹਿਬ ਦੀ ਜਿਹੜੀ ਗੱਲਬਾਤ ਸਾਨੂੰ ਦੱਸਦੇ ਆ ਵੀ ਇਹਦਾ ਕੋਈ ਸਿਧਾਂਤ ਨਹੀਂ, ਬਸ ਜੇ ਆਪਣਾ ਪਰਸਨਲ ਫੇਵਰ ਕੀਤਾ ਇਹਨਾਂ ਨੇ, ਪਰਸਨਲ ਫੇਵਰ ਕਰਕੇ ਜਿੱਥੇ ਜਿਹਨੂੰ ਫੰਡ ਚਾਹੀਦਾ ਸੀ ਉਹ ਇਦਾਂ ਇਹਨਾਂ ਨੇ ਦੇ ਦਿੱਤਾ ਉਹਨਾਂ ਨੂੰ। ਹੁਣ ਕਹਿੰਦੇ ਹੈਗੇ ਆ, ਕਹਿੰਦੇ ਵੀ ਬਾਬਾ ਸਾਹਿਬ ਅੱਗੇ ਦੱਸਦੇ ਹੈਗੇ ਆ, ਕਹਿੰਦੇ ਵੀ ਜਿਹੜਾ ਕੋਈ ਸਿਧਾਂਤ ਨਹੀਂ ਸੀ, ਤਾਂ ਮੈਂ ਪਹਿਲਾਂ ਦੱਸਿਆ, ਅੱਗੇ ਦੱਸਦੇ ਹੈਗੇ ਆ, ਕਹਿੰਦੇ ਕਿ ਵੀ ਜਿਹੜਾ 49 ਲੱਖ ਟੋਟਲ, ਕਹਿੰਦੇ 49 ਲੱਖ ਸੀਗਾ ਨਾ, ਉਹਦੇ ਵਿੱਚੋਂ ਕਹਿੰਦੇ 26 ਲੱਖ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਗਾਂਧੀ ਨੇ ਗੁਜਰਾਤੀਆਂ ਨੂੰ ਹੀ ਦੇ ਦਿੱਤਾ ਹੈਗਾ ਨਾ, ਤੇ ਰੈਸਟ ਆਫ ਦਾ ਇੰਡੀਆ ਨੂੰ ਸਾਰਾ 23 ਲੱਖ ਮਿਲਿਆ, ਠੀਕ ਆ। 26 ਲੱਖ ਜਿਹੜਾ ਇਕੱਲਾ ਉਹ ਗੁਜਰਾਤੀਆਂ ਨੂੰ ਹੀ ਮਿਲ ਗਿਆ, ਤੇ ਬਾਕੀ ਜਿਹੜਾ ਰੈਸਟ ਆਫ ਦਾ ਇੰਡੀਆ ਨੂੰ ਕਹਿੰਦੇ 23 ਲੱਖ ਮਿਲਿਆ। ਕੁਛ ਇਦਾਂ ਇਹਨਾਂ ਨੇ ਆਪਣੇ ਨਾਮ ਦੇ ਉੱਤੇ ਵੀ ਫੰਡ ਵੱਖਰੇ, ਜਿੱਦਾਂ ਮੌਲਵੀ ਬਦਰ ਹੁਸਨ ਸੀਗਾ ਜਾਂ ਸੀ ਰਾਜਗੋਪਾਲਾਚਾਰੀਆ, ਠੀਕ ਆ, ਗਾਂਧੀ ਨੂੰ 1 ਲੱਖ ਰੁਪਈਆ ਅਲਾਟ ਕੀਤਾ ਸੀ। ਇਹਨਾਂ ਨੇ ਕਿਸੇ ਆਪਣੇ ਨਾਂ ਦੇ ਉੱਤੇ ਅਲਾਟ ਕਰਾਇਆ ਸੀ ਵੀ ਅਸੀਂ ਜੇ ਸਾਨੂੰ ਲੋੜ ਪੈਂਦੀ ਹੈ ਕਿਸੇ ਨੂੰ ਫੰਡ ਦੇਣ ਦੀ ਆਪਣੇ ਤੌਰ ਦੇ ਉੱਤੇ ਅਸੀਂ ਦੇ ਸਕਦੇ ਹਾਂ। ਪਰ ਮੋਸਟਲੀ ਜਿਹੜੇ ਆ ਗੁਜਰਾਤ ਨੂੰ ਹੀ ਸਾਰਾ ਇਹਨਾਂ ਨੇ ਕੀਤਾ ਹੈਗਾ ਆ। ਅੱਗੇ ਆਪਾਂ ਚੱਲਦੇ ਹਾਂ। ਇਹਦੇ ਵਿੱਚ ਜਿਹੜਾ ਇਹਨਾਂ ਨੇ 5 ਲੱਖ ਦਾ ਮਤਾ ਪਾਸ ਕੀਤਾ ਸੀਗਾ ਵੀ ਨਹੀਂ 2 ਲੱਖ ਰੁਪਈਆ ਘਟਿਆ ਛੂਤਾਂ ਦੀ ਭਲਾਈ ਲਈ, 5 ਲੱਖ ਕਰ ਦਿਓ। ਅੱਗੇ ਜਾ ਕੇ ਫਿਰ ਉਹਨਾਂ ਨੇ ਉਹੀ ਜਿਹੜਾ 5 ਲੱਖ ਤੋਂ 2 ਲੱਖ ਕਰ ਦਿੱਤਾ। ਕਹਿੰਦੇ ਕਿੰਨੀ ਸ਼ਰਮ ਵਾਲੀ ਗੱਲ ਆ। ਕਹਿੰਦੇ ਵੀ ਜਿਹੜਾ ਆਲ ਇੰਡੀਆ ਕਾਂਗਰਸ ਨੇ ਜਿਹੜਾ 5 ਲੱਖ ਰੁਪਈਆ ਰੱਖਿਆ ਸੀਗਾ, ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਉਹਨਾਂ ਦੇ ਜਿਹੜੀ ਅਛੂਤਾਂ ਦੇ ਭਲਾਈ ਦੇ ਲਈ ਉਹਨਾਂ ਨੂੰ ਲੱਗਾ ਵੀ ਨਹੀਂ ਇਹ 5 ਲੱਖ ਜ਼ਿਆਦਾ ਆ ਤੇ 2 ਲੱਖ ਬਹੁਤ ਆ। ਕਹਿੰਦੇ ਭਾਰਤ ਦੀ ਆਬਾਦੀ ਜਿਹੜੀ ਸੀ ਉਸ ਵੇਲੇ 60 ਮਿਲੀਅਨ ਸੀਗੇ, ਅਛੂਤ ਜਿਹੜੇ ਸੀਗੇ 60 ਮਿਲੀਅਨ ਲੋਕ ਸੀਗੇ। 60 ਮਿਲੀਅਨ ਦੇ ਲਈ 2 ਲੱਖ ਰੁਪਈਆ ਦਿੱਤਾ ਇਹਨਾਂ ਨੇ, ਉਹ ਵੀ ਨਹੀਂ ਲਾਇਆ। ਕਿੰਨਾ ਲਾਇਆ ਉਹ ਥੱਲੇ ਜਾ ਕੇ ਦੱਸਦੇ ਆ। ਜਿਹੜੇ ਉੱਪਰ ਆਪਾਂ ਕਾਲਜ ਦੇਖੇ ਸੀ ਵੀ 5000 ਦਿੱਤਾ, 17,381 ਅੰਤਾਜਿਆ ਨੂੰ ਦਿੱਤਾ, ਉਹ ਸਾਰਾ ਜੋੜ ਲਾ ਕੇ 43,381 ਬਣਦੇ ਆ। ਉਹ 0.5% ਵੀ ਨਹੀਂ ਬਣਦਾ, ਉਤੋਂ ਵੀ ਥੋੜਾ ਹੀ ਬਣਦਾ ਫੰਡ। ਮਤਲਬ ਕਿ ਇੰਨਾ ਕੁ ਫੰਡ ਇਹਨਾਂ ਨੇ ਅਛੂਤਾਂ ਦੀ ਭਲਾਈ ਦੇ ਲਈ ਦਿੱਤਾ। ਜਿਹੜਾ ਮਤਾ ਬਰਦੌਲੀ ਪ੍ਰੋਗਰਾਮ ਦੇ ਵਿੱਚ ਪਾਸ ਕੀਤਾ ਸੀ ਅਛੂਤਾਂ ਨੂੰ ਉੱਪਰ ਚੱਕਣ ਦਾ, ਉਹਦੇ ਲਈ ਇਹਨਾਂ ਨੇ 43,381 ਜਿਹੜਾ ਆ ਟੋਟਲ ਆਲਮੋਸਟ 50 ਲੱਖ ਦੇ ਵਿੱਚੋਂ 43,381 ਜਿਹੜਾ ਆ 49.5 ਆਪਦਾ ਵੀ 50 ਲੱਖ ਆਪਾਂ ਮੰਨ ਲੈਂਦੇ, 50 ਲੱਖ ਦੇ ਵਿੱਚੋਂ ਸਿਰਫ 43,381 ਰੁਪਈਆ ਜਿਹੜਾ ਆ ਉਹ ਅਛੂਤਾਂ ਦੀ ਭਲਾਈ ਦੇ ਲਈ ਕੀਤਾ। ਕੀ ਇਹ ਬੇਈਮਾਨੀ ਨਹੀਂ? ਬਾਬਾ ਸਾਹਿਬ ਕਹਿੰਦੇ ਉਦੋਂ ਗਾਂਧੀ ਦਾ ਪਿਆਰ ਜਿਹੜਾ ਗਾਂਧੀ ਅਛੂਤਾਂ ਲਈ ਦਿਖਾਉਂਦਾ ਸੀ ਉਦੋਂ ਕਿੱਥੇ ਚਲਾ ਗਿਆ? ਕਹਿੰਦਾ ਕੀ ਉਦੋਂ ਜਿਹੜੀ ਡਿਜ਼ਾਇਰ ਗਾਂਧੀ ਨੇ ਆਪਣੀ ਤਮੰਨਾ ਦਿਖਾਈ ਸੀ ਮੈਂ ਅਛੂਤਾਂ ਨੂੰ ਉੱਤੇ ਚੱਕਣਾ, ਉਹ ਕਿੱਥੇ ਚਲੇ ਗਈ ਸੀ, ਹਨਾ? ਤੇ ਕਹਿੰਦੇ ਵੀ ਕੀ ਇਹ ਕਹਿਣਾ ਗਲਤ ਹੋਊਗਾ ਵੀ ਜਿਹੜੀ ਬਰਦੌਲੀ ਦੇ ਵਿੱਚ ਰੈਜ਼ੋਲੂਸ਼ਨ ਪਾਸ ਕੀਤੀ ਸੀ ਅਛੂਤਾਂ ਨੂੰ ਉੱਤੇ ਚੱਕਣ ਦੀ, ਇਹ ਫਰਾਡ ਸੀ? ਬਿਲਕੁਲ ਫਰਾਡ ਸੀ। ਬਾਬਾ ਸਾਹਿਬ ਕਹਿੰਦੇ ਵੀ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ ਗਾਂਧੀ ਕਿੱਥੇ ਸੀਗਾ? ਕਹਿੰਦੇ ਕੁਐਸਚਨ ਬੜਾ ਸੁਭਾਵਿਕ ਬਣਦਾ ਆ ਵੀ ਜਦੋਂ ਇਹ ਸਾਰਾ ਕੁਝ ਹੋਇਆ, ਜਦੋਂ ਅਛੂਤਾਂ ਨੂੰ ਪੈਸੇ ਅਲਾਟ ਨਹੀਂ ਕੀਤੇ ਗਏ ਜਾਂ ਕੁਝ ਦਿੱਤਾ ਨਹੀਂ ਗਿਆ ਉਹਨਾਂ ਨੂੰ, ਗਾਂਧੀ ਕਿੱਥੇ ਸੀ? ਕਹਿੰਦੇ ਗਾਂਧੀ ਕਹਿੰਦੇ ਕੁਆਇਟ ਬੈਠਾ ਸੀਗਾ ਤੇ ਚੁੱਪ ਕਰਕੇ ਬੈਠਾ ਸੀਗਾ ਗਾਂਧੀ, ਉਦੋਂ ਕੁਝ ਨਹੀਂ ਬੋਲਿਆ।
ਤੇ ਕਹਿੰਦੇ ਵੀ ਆਪਾਂ ਇੱਕ ਬਿਆਨ ਦੇਖਦੇ ਹਾਂ, ਜਦੋਂ ਉਹਨੇ ਬਿਆਨ ਦਿੱਤਾ ਬਈ ਜੀ ਮੈਂ ਅਛੂਤਾਂ ਦੀ ਭਲਾਈ ਕਰਨੀ ਆ। ਕਹਿੰਦੇ 3 ਨਵੰਬਰ ਨੂੰ ਯੰਗ ਇੰਡੀਆ ਦੇ ਵਿੱਚ 3 ਨਵੰਬਰ 1921 ਨੂੰ ਉਹਦਾ ਬਿਆਨ ਲੱਗਾ ਸੀ ਵੀ ਸਵਰਾਜ ਜਿਹੜਾ ਆ, ਜਦ ਤੱਕ ਅਛੂਤਾਪਨ ਖਤਮ ਨਹੀਂ ਹੁੰਦਾ, ਸਵਰਾਜ ਜਿਹੜਾ ਆ ਉਹਨੂੰ ਅਸੀਂ ਦੂਸਰੇ ਨੰਬਰ ਤੇ ਨਹੀਂ ਰੱਖ ਸਕਦੇ। ਸਵਰਾਜ ਜਿਹੜਾ ਆ ਉਹ ਸਾਨੂੰ ਜਿਹੜਾ ਅਛੂਤਾਂ ਦੀ ਭਲਾਈ ਜਿਹੜੀ ਆ ਉਹਨੂੰ ਅਸੀਂ ਦੂਜੇ ਨੰਬਰ ਤੇ ਨਹੀਂ ਰੱਖ ਸਕਦੇ। ਅਛੂਤਾਂ ਦੀ ਭਲਾਈ ਜਿਹੜੀ ਆ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਆ। ਬਿਨਾਂ ਅਛੂਤਾਂ ਦੀ ਭਲਾਈ ਤੋਂ, ਬਿਨਾਂ ਅਛੂਤਾਪਨ ਨੂੰ ਖਤਮ ਕੀਤੇ ਤੋਂ ਇਹ ਜਿਹੜਾ ਸਵਰਾਜ ਆ ਉਹਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਅਸੀਂ ਲੈ ਸਕਦੇ ਹਾਂ। ਮਤਲਬ ਗਾਂਧੀ ਇਦਾਂ ਦੇ ਮਤੇ ਪਹਿਲਾਂ ਪਾਸ ਕਰਦਾ ਰਿਹਾ। ਬਾਬਾ ਸਾਹਿਬ ਕਹਿੰਦੇ ਵੀ ਹੁਣ ਜਿਹੜਾ ਕਹਿੰਦੇ ਗਾਂਧੀ ਦਾ ਜਿਹੜਾ ਇੰਟਰਸਟ ਸੀਗਾ ਅਛੂਤਾਂ ਦੀ ਭਲਾਈ ਨੂੰ ਲੈ ਕੇ ਕਿੱਦਾਂ ਦਾ ਸੀ। ਕਹਿੰਦੇ ਗਾਂਧੀ ਨੇ ਮਾੜਾ ਵੀ ਇੰਟਰਸਟ ਨਹੀਂ ਲਿਆ ਅਛੂਤਾਂ ਦੀ ਭਲਾਈ ਨੂੰ ਲੈ ਕੇ। ਕਹਿੰਦੇ ਵੀ ਜੇ ਉਹ ਇੰਟਰਸਟ ਲੈਂਦਾ, ਇੰਨਾ ਸੋਚਦਾ ਹੁੰਦਾ, ਉਹ ਇੱਕ ਹੋਰ ਕਮੇਟੀ ਬਣਾਉਂਦਾ। ਜੇ ਉਹ ਇੰਨਾ ਸੋਚਦਾ ਹੁੰਦਾ ਤੇ ਉਹ ਇੱਕ ਵੱਡਾ ਸਾਰਾ ਫੰਡ ਜਿਹੜਾ ਆ ਉਹ ਤਿਲਕ ਸਵਰਾਜ ਫੰਡ ਦੇ ਵਿੱਚੋਂ ਫੰਡ ਜਿਹੜਾ ਐਲੋਕੇਟ ਕਰਦਾ, ਉਹਨੂੰ ਰਿਜ਼ਰਵ ਕਰਦਾ, ਉਹਦਾ ਭਲਾਈ, ਉਹ ਜਿਹੜਾ ਫੰਡ ਹੁੰਦਾ ਉਹ ਅਛੂਤਾਂ ਦੀ ਭਲਾਈ ਤੇ ਲਾਉਂਦਾ। ਕਹਿੰਦੇ ਉਹਨੇ ਇਦਾਂ ਕੁਝ ਨਹੀਂ ਕੀਤਾ। ਕਹਿੰਦੇ ਉਹਨੇ ਕੀ ਕੀਤਾ, ਕਹਿੰਦੇ ਚੁੱਪ ਕਰਕੇ ਬੈਠਾ ਰਿਹਾ, ਅਨਕਨਸਰਨਡ ਸੀਗਾ, ਉਹਨੂੰ ਕੋਈ ਟੈਨਸ਼ਨ ਨਹੀਂ ਸੀਗੀ, ਆਰਾਮ ਨਾਲ ਬੈਠਾ ਰਿਹਾ। ਕਹਿੰਦੇ ਇੱਕ ਹੋਰ ਉਹਦਾ ਲਾਪਰਵਾਹੀ ਵਾਲਾ ਬਿਆਨ ਦਿੰਦੇ ਆ। ਫਿਰ ਬਾਬਾ ਸਾਹਿਬ ਕਹਿੰਦੇ ਵੀ ਇੱਕ ਉਹਦੀ ਗੱਲ ਆ ਵੀ ਯੰਗ ਇੰਡੀਆ ਦੇ ਵਿੱਚ 20 ਅਕਤੂਬਰ 1920 ਨੂੰ ਲੱਗੀ ਸੀ, ਜਦੋਂ ਇੱਕ ਗੋਰੇ ਨੇ ਪੁੱਛਿਆ ਸੀਗਾ ਕਿ ਜਿੱਦਾਂ ਇਹ ਸਵਰਾਜ ਅੰਦੋਲਨ ਚਲਾ ਰਹੇ ਹੈਗੇ ਆ, ਜਾਂ ਮਤਲਬ ਕਿ ਜਿਹੜੇ ਗੋਰੇ ਆ, ਫੋਰਨਰ ਆ, ਮੈਂ ਬਾਹਰ ਕੱਢਣੇ ਆ ਇਹ। ਬਾਬਾ ਸਾਹਿਬ ਕਹਿੰਦੇ ਵੀ ਉਹ ਮਤਲਬ ਇਹ ਗੋਰੇ ਨੂੰ ਜਿਹੜੀ ਇੰਟਰਵਿਊ ਦਿੱਤੀ ਗਈ ਹੈ, ਬਾਬਾ ਸਾਹਿਬ ਨੇ ਉਹਦੇ ਵਿੱਚ ਲਾਇਆ ਸੀਗਾ ਕਿ ਗੋਰਿਆਂ ਨੂੰ ਆਪਣੇ ਜਿਹੜੇ ਖੂਨੀ ਹੱਥ ਆ ਉਹ ਧੋਣ ਲਈ ਕਹਿਣ ਤੋਂ ਪਹਿਲਾਂ ਕਿ ਹਿੰਦੂਆਂ ਨੂੰ ਆਪਣੇ ਖੂਨੀ ਹੱਥ ਨਹੀਂ ਧੋ ਲੈਣੇ ਚਾਹੀਦੇ। ਗੋਰੇ ਨੇ ਗਾਂਧੀ ਨੂੰ ਸਵਾਲ ਕੀਤਾ ਸੀਗਾ। ਹੁਣ ਗਾਂਧੀ ਨੇ ਉਹਨੂੰ ਜਵਾਬ ਦਿੱਤਾ, ਕਹਿੰਦਾ ਜੇ ਇੱਕ ਗੁਲਾਮ ਰਾਸ਼ਟਰ ਦਾ ਮੈਂਬਰ ਆਪਣੇ ਆਪ ਨੂੰ ਆਪਣੇ ਆਪ ਤੋਂ ਮੁਕਤ ਕੀਤੇ ਬਗੈਰ ਦੱਬੇ ਹੋਏ ਵਰਗ ਨੂੰ ਉਹਨਾਂ ਦੀ ਗੁਲਾਮੀ ਤੋਂ ਛੁਡਾ ਸਕਦਾ ਤਾਂ ਮੈਂ ਅੱਜ ਅਜਿਹਾ ਕਰਾਂਗਾ। ਤੇ ਬਾਬਾ ਸਾਹਿਬ ਕਹਿੰਦੇ ਵੀ ਆ ਸੀਗਾ। ਫਿਰ ਬਾਬਾ ਸਾਹਿਬ ਕਹਿੰਦੇ ਵੀ ਇੱਥੇ ਹੀ ਇਹਦਾ ਜਿਹੜਾ ਆ ਇਹਨਾਂ ਦਾ ਭੋਗ ਪੈ ਗਿਆ ਵੀ ਜਿਹੜਾ ਇਹਨਾਂ ਨੇ ਅਛੂਤਾ ਦੀ ਭਲਾਈ ਦੇ ਲਈ ਬਡੌਲੀ ਪ੍ਰੋਗਰਾਮ ਲਿਖਿਆ ਸੀਗਾ, ਉਹ ਇੱਥੇ ਉਹਦੀ ਸਮਾਪਤੀ ਹੋ ਜਾਂਦੀ ਆ। ਨਾਲ ਗਾਂਧੀ ਇਹ ਕਹਿੰਦਾ ਵੀ ਜੇ ਅਛੂਤ ਹਿੰਦੂਆਂ ਦੇ ਖਿਲਾਫ ਕੋਈ ਕੰਮ ਕਰਦੇ ਆ ਜਾਂ ਅਗੇਂਸਟ ਉਹਦੇ ਕੋਈ ਪ੍ਰਤੀਕਰਮ ਕਰਦੇ ਆ ਤੇ ਉਹ ਆਪਣੇ ਭੈਣ ਭਰਾਵਾਂ ਦੇ ਖਿਲਾਫ ਹੀ ਉਹ ਕੰਮ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਇਹ ਜਿਹੜਾ ਗਾਂਧੀ ਵੱਲੋਂ ਅਛੂਤਾਂ ਨੂੰ ਹਿੰਦੂਆਂ ਦਾ ਭੈਣ ਭਰਾ ਜਾਂ ਰਿਸ਼ਤੇਦਾਰ ਕਹਿਣਾ ਨਾ, ਕੀ ਥਣ ਕਿੰਨ ਕਹਿਣਾ, ਤੇ ਕਹਿੰਦੇ ਨਿਰਾ ਭੁਲੇਖਾ ਡਿਲੂਜਨ ਕ੍ਰੀਏਟ ਕੀਤੀ ਗਾਂਧੀ ਨੇ। ਸੋ ਇਹਦੇ ਨਾਲ ਜਿਹੜਾ ਚੈਪਟਰ ਹੈ ਆਪਣਾ ਦੂਸਰਾ ਖਤਮ ਹੁੰਦਾ। Entirely as a politician. As a politician, he was never a Mahatma, and I refuse to call him Mahatma. I've never in my life called him Mahatma. He doesn't deserve that title, not even from the point of view of his morality. You see?